ਸ਼ੈਲਾ ਜੀ, ਜਿਨ੍ਹਾਂ ਨੇ ਨਹੀਂ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ, ਜਿਨ੍ਹਾਂ ਦੇ ਹਲਕੇ 'ਚ ਪਿਛਲੀ ਵਾਰ ਤੁਸੀਂ ਐਮਐਲਏ ਦੀ ਦਾਅਵੇਦਾਰੀ ਠੋਕੀ। मेरा बेटा मेरे कंधे पे बैठा था, मेरे कंधे पे खड़ा हो गया, मुझसे बोला पापा मैं तुमसे बड़ा हो गया। मैंने कहा बेटा इस हसीन ख्वाब में ज़रूर जकड़े रहना, लेकिन मेरा हाथ कस के पकड़े रहना। ये दुनिया उतनी हसीन नहीं है बेटा, देखना तेरे पाँव के नीचे ज़मीन नहीं है। ਆਪਾਂ ਕਿਸਾਨਾਂ ਨੂੰ ਸਮਝਾ ਪਾਵਾਂਗੇ? बिल्कुल समझा पावांगे और इस आस दे नाल ही जिहड़ा वा मैं तुहानूं कहांगा कि जल्दी ही, क्योंकि भारतीय जनता पार्टी और सरकार जिहड़ी आ हिंदुस्तान दी ओहदा पूरा मन है कि ये जल्दी तो जल्दी निबड़ना चाहिए। तां ही कल साडे तोमर जी ने किसान वीरां नूं अपील कीती है कि जल्दी तो तुसीं आओ, असीं बैठीए और बैठ के 26 जनवरी ਤੋਂ ਪਹਿਲਾਂ ਵੀ ਅਪੀਲਾਂ ਕੀਤੀਆਂ ਗਈਆਂ ਸੀ ਸ਼ੈਲਾ ਜੀ। ਤੁਸੀਂ ਕਹਿੰਦੇ ਸਮਝਾ ਪਾਵਾਂਗੇ, ਕਿਸ ਤਰ੍ਹਾਂ ਸਮਝਾ ਪਾਵਾਂਗੇ? ਕੋਈ ਰੂਪ ਰੇਖਾ ਦੇਗੀ? ਅੰਮ੍ਰਿਤਸਰ ਦੀ ਗੱਲ ਕਰੀਏ, ਤੁਹਾਡੇ ਨਾਲ ਸਾਰਿਆਂ ਨਾਲ ਵੱਡੇ ਜਿਹੜੇ ਲੀਡਰ ਹੈ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਜੀ ਹੈ, ਉਹਨਾਂ ਦੇ ਘਰ ਦੇ ਬਾਹਰ ਧਰਨਾ ਲੱਗਾ। ਅੱਜ ਕਿੰਨੇ ਦਿਨ ਹੋ ਗਏ ਨੇ? ਉੱਥੇ ਤੇ ਜਾ ਕੇ ਤੁਸੀਂ ਸਮਝਾ ਨਹੀਂ ਪਾਏ, ਤੇ ਉੱਥੇ ਦਿੱਲੀ ਜਾ ਕੇ ਕਿਸ ਤਰ੍ਹਾਂ ਉਹਨਾਂ ਨੂੰ ਸਮਝਾ ਪਾਵਾਂਗੇ? ਬਲੇਮ ਇੱਕ ਦੂਜੇ ਦੇ ਉੱਤੇ ਜਿਹੜੀ ਇਹ ਚੱਲ ਰਹੀ ਹੈ ਸਾਰੀ ਵਾਰ, ਸਾਡੀਆਂ ਕਮੀਆਂ ਰਹੀਆਂ, ਸਾਡੀ ਸਰਕਾਰ ਦੀਆਂ ਕਮੀਆਂ ਰਹੀਆਂ, ਸਾਡੇ ਲੋਕਲ ਬੋਡੀ ਮੰਤਰੀ ਦੇ ਕੋਲ ਕਮੀਆਂ ਰਹੀਆਂ ਕਿ ਜਿਸ ਹਲਕੇ ਤੋਂ, ਜਿਸ ਸ਼ਹਿਰ ਦੇ, ਜਿਸ ਪਾਰਟੀ ਦੇ ਵੋਟਰ ਬੈਂਕ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਸੀ, ਅਸੀਂ ਉਹਦੇ ਮੁੱਦਿਆਂ ਨੂੰ ਸਮਝ ਨਹੀਂ ਸਕੇ, ਅਸੀਂ ਜ਼ਮੀਨੀ ਹਕੀਕਤ ਨੂੰ ਸਮਝ ਨਹੀਂ ਸਕੇ। ਪਹਿਲਾਂ ਵੀ ਲਾਸਟ ਹੀ ਪਾਰਟੀ ਗੱਲ ਅਰੁਣ ਜੇਤਲੀ ਦੀ ਕਰਤੀ। ਅਰੁਣ ਜੇਤਲੀ ਦੀ ਇਲੈਕਸ਼ਨ ਤੇ ਸਾਰਿਆਂ ਨਾਲ ਵੱਡੀ ਕਮਾਨ ਤੇ ਤੁਹਾਡੇ ਆਪਣੇ ਭਰਾਤਾ ਸ਼੍ਰੀ ਸੁਭਾਸ਼ ਸ਼ਰਮਾ ਜੀ ਨੇ ਫੜੀ, ਕਿਆ ਉਹ ਵੀ ਸਮਝਾਉਣ 'ਚ ਨਾਕਾਮ ਰਹੇ ਲੋਕਾਂ ਨੂੰ? ਅਸੀਂ ਆਪਣੇ ਵਰਕਰਾਂ ਦੇ ਦਰਦ ਨੂੰ ਸਮਝ ਨਹੀਂ ਸਕੇ। ਅਸੀਂ ਐਕਚੁਅਲ ਦੇ ਵਿੱਚ ਜ਼ਮੀਨ ਖੋਲੀ ਸੀ, ਇਸ ਕਰਕੇ ਹਾਰੇ, ਨਾ ਕਿ ਸਾਈਨ ਜਿਹੜੇ ਕਹਿੰਦੇ ਨਾ ਵੀ ਮੇਰੇ ਸਾਈਨ ਹੁੰਦੇ ਸੀ ਹਰ ਵਿਕਾਸ ਦੇ ਕੰਮ ਤੇ, ਵਿਨਾਸ਼ ਦੇ ਕੰਮ ਤੇ ਵੀ ਇਹਨਾਂ ਦੇ ਸਾਈਨ ਹੋਏ ਆ। ਜਿਹੜੇ ਕੁਛ ਇੱਕ ਦੂਜੇ ਨਾਲ ਨਾਰਾਜ਼ਗੀਆਂ ਕੱਢੀ ਜਾਂਦੇ ਪਏ ਆ, ਸਾਡੇ ਤੇ ਵੀ ਬਲੇਮ ਲਾਈ ਜਾਂਦੇ ਪਏ ਆ, ਉਹ ਮੈਂ ਹੈਰਾਨ ਆ। ਇੱਕ ਮੇਰਾ ਭਰਾ ਤੇ ਭਾਜੀਆਂ ਤੜੀਆਂ ਲਾਈ ਜਾਂਦਾ ਵੀ ਮਤਲਬ ਭਾਜੀਆਂ ਪਾਉਂਦੇ। ਅਸੀਂ ਗੁੰਡਿਆਂ ਦੀ ਪਾਰਟੀ ਨਹੀਂ ਹੈਗੀ, ਸਾਡੀ ਪਾਰਟੀ ਦੀ ਗੱਲ, ਲੋਕਾਂ ਦੀ ਗੱਲ ਪਾਰਟੀ ਪਲੇਟਫਾਰਮ ਤੇ ਰੱਖਣੀ ਹੈ। ਜੇ ਪਾਰਟੀ 'ਚ ਰਹਿਣਾ, ਜੇ ਨਹੀਂ ਰਹਿਣਾ ਤੇ ਫਿਰ ਮੈਂ ਬੈਸਟ ਵਿਸ਼ੇਸ ਕਵਾਂਗਾ, ਬੈਸਟ ਆਫ ਲੱਕ ਕਵਾਂਗਾ। ਦੋਸਤੋ, ਜਿਵੇਂ ਜਿਵੇਂ ਗਰਮੀ ਵੱਧਦੀ ਹੈ, ਰਾਜਨੀਤਿਕ ਦੀ ਤਪਸ਼ ਵੀ ਵੱਧਦੀ ਪਈ ਹੈ। ਪੰਜਾਬ ਦੀ ਗੱਲ ਕਰੀਏ ਤੇ ਕਿਸਾਨ ਬਰੂਆਂ ਤੇ ਬੈਠੇ ਨੇ ਦਿੱਲੀ ਦੀਆਂ, ਅਤੇ ਅੰਦੋਲਨ ਜਿਹੜਾ ਲੰਬੇ ਸਿਰਾਂ ਤੋਂ ਵਿੱਢਿਆ ਜਾ ਰਿਹਾ। ਤੇ ਦੂਜੇ ਪਾਸੇ ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ 'ਚ ਜਿਹੜੀ ਭਾਜਪਾ ਉਹ ਆਪਣੀ ਜ਼ਮੀਨ ਤਲਾਸ਼ਦੀ ਪਈ ਸੀ, ਪਰ ਉਸ ਜ਼ਮੀਨ ਦੇ ਉੱਤੇ ਵੀ ਉਹਨਾਂ ਦੇ ਆਪਣਿਆਂ ਨੇ ਹੀ ਜਿਹੜਾ ਉਹਨੂੰ ਖੋਦਣਾ ਚਾਲੂ ਕਰ ਦਿੱਤਾ। ਤੇ ਅਸੀਂ ਉਸ ਜਿਹੜੀ ਜ਼ਮੀਨ ਨੂੰ ਲੱਭਦੀ ਪਈ ਭਾਜਪਾ, ਉਹਦੇ ਉੱਤੇ ਕਿਹੜੀ ਸੋਚ ਨੂੰ ਲੈ ਕੇ ਲੱਭਦੀ ਪਈ ਹੈ, ਕਿਸ ਤਰ੍ਹਾਂ ਦੇ ਵਿਚਾਰਧਾਰਾ ਚੱਲਦੀ ਪਈ ਹੈ ਭਾਜਪਾ 'ਚ। ਤੇ ਸਾਡੇ ਨਾਲ ਨੌਜਵਾਨ ਆਗੂ ਨੇ ਅਵਿਨਾਸ਼ ਸ਼ੈਲਾ ਜੀ ਜਿਹੜੇ ਜੁੜੇ ਨੇ, ਔਰ ਜਿਹੜੇ ਭਾਰਤੀ ਜਨਤਾ ਪਾਰਟੀ ਵਿੱਚ ਯੁਵਾ ਮੋਰਚਾ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ। ਅਵਿਨਾਸ਼ ਜੀ, ਤੁਹਾਡਾ ਅੰਮ੍ਰਿਤਸਰ ਪੇਜ ਤੇ ਬਹੁਤ ਬਹੁਤ ਸਵਾਗਤ ਹੈ। ਮੈਂ ਰਵੀ ਜੀ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਅੱਜ ਮੇਰੇ ਘਰ ਸਪੈਸ਼ਲ ਚੱਲ ਕੇ ਆਏ, ਔਰ ਲਗਭਗ 2 ਮਹੀਨਿਆਂ ਤੋਂ ਕਰੋਨਾ ਦੇ ਕਾਰਨ ਮੈਂ ਜਿਹੜਾ ਵਾ ਉਹ ਘਰ ਦੇ ਵਿੱਚ ਹੀ ਸੀ, ਔਰ ਇਸ ਕਾਰਨ ਹੀ ਥੋੜ੍ਹਾ ਪੋਲੀਟੀਕਲੀ ਮੈਂ ਐਕਟਿਵ ਨਹੀਂ ਹੋ ਸਕਿਆ। ਔਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੇ ਅੰਮ੍ਰਿਤਸਰ ਪੇਜ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਕਿ ਅੱਜ ਤੁਸੀਂ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਇੱਥੇ ਆਏ। ਧੰਨਵਾਦ। ਅਵਿਨਾਸ਼ ਜੀ, ਕਿਸਾਨੀ ਅੰਦੋਲਨ, 400 ਤੋਂ ਵੱਧ ਕਿਸਾਨ ਸ਼ਹੀਦ, ਲੱਗਦਾ ਨਹੀਂ ਕਿ ਪੰਜਾਬ ਵਾਸਤੇ ਬੜੀ ਮੁਸ਼ਕਲ ਦੀ ਗੱਲ ਹੈ? ਬਿਲਕੁਲ, ਜਦੋਂ ਦਾ ਇਹ ਅੰਦੋਲਨ ਸ਼ੁਰੂ ਹੋਇਆ ਹੈ ਪੰਜਾਬ ਦੇ ਵਿੱਚ ਤੇ ਮੁਸ਼ਕਲਾਂ ਵਧੀਆਂ ਹੀ ਆ, ਔਰ ਪੰਜਾਬ ਜਿਹੜਾ ਵਾ ਉਹ ਲਗਭਗ 20 ਸਾਲ ਪਿੱਛੇ ਪੈ ਗਿਆ ਹੈ। ਔਰ ਮੈਂ ਸਮਝਦਾ ਕਿ ਇਹ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਪੂਰੀ ਟੀਮ ਦੇ ਮਿਹਨਤ ਕਰਨ ਤੇ ਜੋ 11 ਰਾਊਂਡ ਦੀ ਗੱਲਬਾਤ ਹੋਈ ਹੈ, ਔਰ ਸੈਂਟਰ ਦੀ ਸਰਕਾਰ ਨੇ ਤੇ ਹਰ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਇਸ ਅੰਦੋਲਨ ਨੂੰ ਖਤਮ ਕਰਵਾ ਕੇ ਔਰ ਸਾਡੇ ਜਿਹੜੇ ਕਿਸਾਨ ਭਰਾ ਨੇ ਘਰਾਂ ਨੂੰ ਵਾਪਸ ਆ ਸਕਣ ਔਰ ਆਪਣੇ ਕੰਮਕਾਰ 'ਚ ਲੱਗ ਸਕਣ। ਮੈਂ ਸਮਝਦਾ, ਮੈਂ ਬੇਨਤੀ ਵੀ ਕਰਾਂਗਾ ਕਿਉਂਕਿ ਸਾਡੇ ਭਰਾ ਨੇ, ਸਾਡੇ ਹਮਸਾਏ ਨੇ, ਰੋਜ਼ ਦਾ ਸਾਡਾ ਉੱਠਣਾ ਬੈਠਣਾ ਹੈ ਕਿ ਇਹ ਕਿਸਾਨ ਨੇਤਾ ਜਿਹੜੇ ਨੇ ਉਹਨਾਂ ਨੂੰ ਵੀ ਆਪਣੀ ਜਿੱਦ ਛੱਡ ਕੇ ਜਿਹੜਾ ਵਾ ਉਹ ਇਸ ਅੰਦੋਲਨ ਨੂੰ ਖਤਮ ਕਰਨ ਵਾਲੇ ਬੰਨੇ ਔਰ ਅਗਾਂਹ ਵਧੂ ਸੋਚ ਲੈ ਕੇ ਜਿਹੜਾ ਵਾ ਉਹ ਚੱਲਣਾ ਚਾਹੀਦਾ। ਇਹ ਜਿਹੜੇ ਕਾਨੂੰਨ ਆ, ਕੋਈ ਵੀ ਕਾਨੂੰਨ ਬਣਦੇ ਉਹ ਦੇਸ਼ ਵਾਸਤੇ, ਲੋਕਾਂ ਵਾਸਤੇ ਬਣਦੇ ਆ। ਅਗਰ ਇਹਨਾਂ ਨੂੰ ਲੱਗਦਾ ਕਿ ਕੋਈ ਕਮੀ ਹੈ ਤੇ ਉਹਨੂੰ
ਮਿਲ ਬੈਠ ਕੇ ਠੀਕ ਕਰਕੇ ਤੇ ਉਹ ਲੋਕਾਂ ਦੇ ਚੰਗੇ ਦੇ ਲਈ ਕੰਮ ਆਵੇ, ਇਹਦੇ ਵਿੱਚ ਵਧਣਾ ਚਾਹੀਦਾ ਔਰ ਜਲਦੀ ਤੋਂ ਜਲਦੀ ਜਿਹੜਾ ਇਹ ਖਤਮ ਹੋਏ। ਮੈਂ ਖੁਦ ਪਰਮਾਤਮਾ ਕੋਲੋਂ ਇਹ ਅਰਦਾਸ ਕਰਦਾ ਕਿ ਇਹ ਅੰਦੋਲਨ ਖਤਮ ਹੋਣਾ ਚਾਹੀਦਾ ਜਲਦੀ ਤੋਂ ਜਲਦੀ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਤੁਸੀਂ ਖੁਦ ਅਰਦਾਸ ਕਰਦੇ ਹੋ, ਪਰ ਗੱਲ ਇਹ 11 ਰਾਉਂਡ ਦੀ ਮੀਟਿੰਗ ਫਿਰ ਵੀ ਕਿਸਾਨਾਂ ਦੀ ਸੁਣਵਾਈ ਨਹੀਂ ਹੋ ਪਾ ਰਹੀ। ਨਹੀਂ ਦੇਖੋ, ਮੈਂ ਸਮਝਦਾ ਕਿ ਕਿਤੇ ਕਮੀ ਤੇ ਹੈ, ਲੇਕਿਨ ਜੋ ਸੈਂਟਰ ਸਰਕਾਰ ਨੇ ਔਰ ਪੰਜਾਬ ਦੀ ਟੀਮ ਨੇ ਪ੍ਰਯਾਸ ਕੀਤੇ ਉਹ ਵੀ ਸ਼ਲਾਘਾਯੋਗ ਨੇ। ਔਰ ਮੈਂ ਤੇ ਬੜਾ ਇੱਕ ਛੋਟਾ ਜਿਹਾ ਕਾਰਜਕਰਤਾ ਵਾਂ, ਮੈਂ ਤੇ ਬੇਨਤੀ ਕਰ ਸਕਦਾ ਸਾਰੇ ਕਿਸਾਨ ਯੂਨੀਅਨਾਂ ਨੂੰ, ਸਾਰੇ ਕਿਸਾਨ ਵੀਰਾਂ ਨੂੰ ਵੀ ਕਿ ਅਸੀਂ ਹਿੰਦੁਸਤਾਨ ਦੇ ਬਸ਼ਿੰਦੇ ਹਾਂ, ਅਸੀਂ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਾ। ਇਹ ਸਰਕਾਰਾਂ, ਇਹ ਕਾਨੂੰਨ ਬਣਦੇ ਰਹਿਣੇ ਆ, ਬਦਲਦੇ ਰਹਿਣੇ ਆ। ਇਹਨੂੰ ਕਿਸੇ ਨੂੰ ਵੀ ਜਿੱਦ ਦਾ ਵਿਸ਼ੇ ਨਹੀਂ ਬਣਾਉਣਾ ਚਾਹੀਦਾ। ਜੇ ਸਰਕਾਰ ਕੋਈ ਗੱਲ 'ਤੇ ਪਿੱਛੇ ਆਂਦੀ ਪਈ ਆ, 2 ਕਦਮ ਅੱਗੇ ਆਂਦੀ ਪਈ ਆ, ਤੇ ਇਹਨਾਂ ਨੂੰ ਵੀ ਚਾਹੀਦਾ ਕਿ 2 ਕਦਮ ਅੱਗੇ ਆ ਕੇ ਤੇ ਮਿਲ ਬੈਠ ਕੇ ਇੱਕ ਟੇਬਲ ਟਾਕਿੰਗ ਜਿਹੜੀ ਆ ਨਾ, ਉਹ ਹੀ ਆਖਰੀ ਆ ਹਥਿਆਰ ਆ ਔਰ ਉਸੇ ਦੇ ਨਾਲ ਹੀ ਫੈਸਲਾ ਹੋਣਾ ਔਰ ਉਹਨੂੰ ਜਲਦੀ ਤੋਂ ਜਲਦੀ ਬੈਠ ਕੇ ਹੱਲ ਕਰਨਾ ਚਾਹੀਦਾ, ਤਾਂ ਕਿ ਸਾਡਾ ਪੰਜਾਬ ਜਿਹੜਾ ਉਹ ਸਾਡਾ ਰੰਗਲਾ ਹੱਸਣ ਖੇਡਣ ਵਾਲਾ ਖੁਸ਼ੀਆਂ ਭਰਿਆ ਪੰਜਾਬ ਜਿਹੜਾ ਉਹਦਾ ਮਾਹੌਲ ਠੀਕ ਹੋ ਸਕੇ ਔਰ ਜਲਦੀ ਤੋਂ ਜਲਦੀ ਪੰਜਾਬ ਦੀ ਜਿਹੜੀ ਕਿਸਾਨੀ ਔਰ ਵਪਾਰ ਆ ਉਹ ਪਟਰੀ 'ਤੇ ਆ ਸਕੇ। ਸ਼ੈਲਾ ਜੀ, ਤੁਸੀਂ ਕਿਹਾ ਕਿ ਜਿਹੜਾ ਹੱਸਦਾ ਖੇਡਦਾ ਪੰਜਾਬ ਸੀ, ਰੰਗਲਾ ਪੰਜਾਬ ਸੀ, ਜਿੱਥੇ ਕਿਸਾਨਾਂ ਨੂੰ ਅਪੀਲ ਕੀਤੀ, ਕਿਆ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਆਪਣੀ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ? ਜੇ ਨਹੀਂ ਕਿਸਾਨ ਅੰਦੋਲਨ ਮੰਗਦੇ, ਜੇ ਨਹੀਂ ਛੱਡਦੇ ਪਏ, ਉਹ ਕਹਿੰਦੇ ਨਹੀਂ ਸਾਨੂੰ ਇਹ ਕਾਨੂੰਨ ਚਾਹੀਦੇ, ਤੇ ਆਪਾਂ ਇੱਕ ਵਾਰੀ ਇਹਨਾਂ ਨੂੰ ਰਿਮੂਵ ਕਰਕੇ ਬਹਿ ਕੇ ਮੀਟਿੰਗਾਂ ਕਰਕੇ ਦੁਬਾਰਾ ਨਵੇਂ ਸਿਰੇ ਤੋਂ ਕਾਨੂੰਨ ਵਿੱਢ ਲਈਏ। ਦੇਖੋ, 4 ਦਿਨ ਪਹਿਲਾਂ ਸਾਰੀ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਜਿਹੜੀ ਆ ਉਹ ਅਮਿਤ ਸ਼ਾਹ ਜੀ ਨੂੰ, ਨੱਡਾ ਜੀ ਨੂੰ ਮਿਲ ਕੇ ਆਈ ਆ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਟੀਮ ਨੇ ਇੱਕ ਵਾਰ ਫੇਰ ਜਿਹੜੀ ਆ ਉਹ ਪੰਜਾਬ ਦੀ ਆਵਾਜ਼ ਜਿਹੜੀ ਆ ਉਹ ਸਰਕਾਰ ਤੱਕ ਪਹੁੰਚਾਈ ਆ ਕਿ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਕੀਤਾ ਜਾਵੇ। ਔਰ ਮੈਨੂੰ ਲੱਗਦਾ ਉਸੇ ਦਾ ਹੀ ਨਤੀਜਾ ਸੀ ਕਿ ਕੱਲ੍ਹ ਤੋਮਰ ਸਾਹਿਬ ਦਾ ਬਿਆਨ ਆਇਆ ਸੀ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ। ਕਿਸਾਨ ਵੀ ਥੋੜ੍ਹਾ ਜਿਹਾ ਆਪਣਾ ਜਿਹੜਾ ਉਹ ਕਦਮ ਅੱਗੇ ਵਧਾਉਣ ਔਰ ਸਾਡੇ ਨਾਲ ਟੇਬਲ 'ਤੇ ਆ ਕੇ ਬੈਠਣ ਔਰ ਜੋ ਵੀ ਫੈਸਲਾ ਹੋਏਗਾ ਉਹ ਸਾਰਿਆਂ ਸਾਹਮਣੇ ਹੋਏਗਾ ਔਰ ਇਹਦਾ ਜਲਦੀ ਤੋਂ ਜਲਦੀ ਹੱਲ ਨਿਕਲੇ। ਮੈਨੂੰ ਲੱਗਦਾ ਬੀਜੇਪੀ ਵੱਲੋਂ ਔਰ ਪੰਜਾਬ ਵੱਲੋਂ ਜਿਹੜਾ ਵਾ ਉਹ ਡਟ ਕੇ ਜਿਹੜੀ ਆ ਉਹ ਇਹ ਗੱਲ ਅੱਗੇ ਰੱਖੀ ਜਾ ਰਹੀ ਹੈ ਸੈਂਟਰ ਸਰਕਾਰ ਦੇ ਔਰ ਉਹਦਾ ਜਿਹੜਾ ਰਿਜ਼ਲਟ ਵੀ ਸਾਹਮਣੇ ਵੇਖਣ ਨੂੰ ਆਉਂਦਾ ਹੈ। ਕੱਲ੍ਹ ਹੀ ਤੁਸੀਂ ਦੇਖੋ, ਪਰਸੋਂ ਚੌਥ ਮਿਲ ਕੇ ਆਏ ਔਰ ਕੱਲ੍ਹ ਹੀ ਜਿਹੜਾ ਵਾ ਤੋਮਰ ਸਾਹਿਬ ਦਾ ਬਿਆਨ ਆਇਆ। ਉਹ ਬਿਆਨ ਇਸ ਕਰਕੇ ਹੀ ਆਇਆ ਨਾ ਕਿ ਪੰਜਾਬ ਦੀ ਟੀਮ ਨੇ ਡਟ ਕੇ ਉੱਥੇ ਕਿਸਾਨਾਂ ਦੀ, ਪੰਜਾਬ ਦੀ ਗੱਲ ਕੀਤੀ ਆ। ਤੁਸੀਂ ਗੱਲ ਪੰਜਾਬ ਬੀਜੇਪੀ ਦੀ ਕਰਤੀ। ਜੇ ਪੰਜਾਬ ਬੀਜੇਪੀ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਸ਼ਹਿਰ 'ਚ ਤੇ ਅੰਮ੍ਰਿਤਸਰ ਦਾ ਇੱਕ ਮੁੱਦਾ ਇਸ ਟਾਈਮ ਸੁਰਖੀਆਂ 'ਤੇ ਹੈ। ਅੰਮ੍ਰਿਤਸਰ ਦੇ ਪੂਰਵ ਕੈਬਨਿਟ ਮੰਤਰੀ ਅਨਿਲ ਜੋਸ਼ੀ ਵੱਲੋਂ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਇਸ ਚੀਜ਼ ਦੇ ਉੱਤੇ ਵੀਡੀਓ ਕੱਢੀ ਗਈ ਪਿਛਲੇ 5-10 ਦਿਨਾਂ ਪਹਿਲਾਂ ਔਰ ਪੂਰੀ ਪੰਜਾਬ ਦੀ ਲੀਡਰਸ਼ਿਪ ਨੂੰ ਉਹਨਾਂ ਨੇ ਕੁਐਸਚਨ ਮਾਰਕ ਕੀਤਾ ਕਿ ਇਹ ਲੋਕ ਉੱਥੇ ਜਾ ਕੇ ਗੱਲ ਨਹੀਂ ਪਹੁੰਚਾ ਪਾਏ। ਔਰ ਸੇਮ ਗੱਲ ਤੁਸੀਂ ਕਹੀ ਕਿ ਜਾ ਕੇ ਪਰਸੋਂ ਜਦੋਂ ਆਪਾਂ ਗਏ ਹਾਂ ਤਾਂ ਅਸੀਂ ਜਾ ਕੇ ਗੱਲ ਕੀਤੀ। ਇਹਦਾ ਮਤਲਬ ਉਸ ਤੋਂ ਪਹਿਲਾਂ ਗੱਲ ਨਹੀਂ ਹੋ ਪਾ ਰਹੀ ਬੀਜੇਪੀ ਦੀ ਟੀਮ ਵੱਲੋਂ। ਨਹੀਂ, ਬਿਲਕੁਲ ਪਹਿਲਾਂ ਵੀ ਗੱਲ ਹੋ ਰਹੀ ਸੀ, ਤਾਂ ਹੀ 11 ਰਾਉਂਡ ਦੀ ਮੀਟਿੰਗ ਹੋਈ। ਸਾਡੇ ਸੋਮ ਪ੍ਰਕਾਸ਼ ਜੀ ਜੋ ਸੈਂਟਰ ਦੇ ਮੰਤਰੀ ਨੇ, ਰਾਜ ਮੰਤਰੀ, ਉਹ ਹਰ ਮੀਟਿੰਗ 'ਚ ਬੈਠਦੇ ਰਹੇ ਨੇ। ਉਹ ਕਿੱਥੋਂ ਬੈਠਦੇ ਰਹੇ? ਇਸੇ ਕਰਕੇ ਤਾਂ ਬੈਠਦੇ ਰਹੇ ਨੇ ਕਿ ਪੰਜਾਬ ਦੀ ਟੀਮ ਵੱਲੋਂ ਬੈਠਦੇ ਨੇ। ਲੇਕਿਨ ਜਦੋਂ ਸੈਂਟਰ ਦੇ ਮੰਤਰੀ ਬੈਠਦੇ ਨੇ, ਸਰਕਾਰ ਬੈਠਦੀ ਹੈ ਪੰਜਾਬ ਦੀ ਤੇ ਫਿਰ ਹਿੰਦੁਸਤਾਨ ਦੀ, ਤੇ ਫਿਰ ਪੰਜਾਬ ਦੇ ਜਿਹੜੇ ਜੋ ਦੇਸ਼ ਦੇ ਜਿਹੜੇ ਕਿਸਾਨ ਨੇਤਾ ਨੇ ਉਹਨਾਂ ਸਾਰਿਆਂ ਨਾਲ ਗੱਲਬਾਤ ਕਰਨ ਵਾਸਤੇ ਉਹ ਫਿਰ ਸਰਕਾਰ ਦੀ ਤੇ ਕਿਸਾਨ ਜਿਹੜੇ ਆ ਨੇਤਾ ਨੇ ਉਹਨਾਂ ਦੀ ਗੱਲਬਾਤ ਹੁੰਦੀ ਆ। ਉਹਦੇ 'ਚ ਪਾਰਟੀ ਦੇ ਲੋਕ ਜਿਹੜੇ ਆ ਉਹ ਨਹੀਂ ਸ਼ਾਮਲ ਹੋ ਸਕਦੇ, ਲੇਕਿਨ ਬਾਹਰ ਨਾਲ ਬੈਠਦੇ ਰਹੇ ਆ, ਉਹ ਜਾਂਦੇ ਰਹੇ ਆ। 11 ਰਾਉਂਡ ਦੀ ਮੀਟਿੰਗ ਦਾ ਜੋ ਹੋਇਆ ਵਾ ਉਹ ਸਭ ਕੁਝ ਜਿਹੜਾ ਵਾ ਉਹ ਪੰਜਾਬ ਦੀ ਟੀਮ ਨੇ ਹੀ ਬਹਿ ਕੇ ਫੈਸਲਾ ਕੀਤਾ ਹੈ। ਮੈਨੂੰ ਲੱਗਦਾ ਕਿ ਕਿਤੇ ਜਿੰਨੇ ਵੀ ਇਹ ਗੱਲ ਕੀਤੀ ਆ ਉਹਨਾਂ ਨੂੰ ਪੂਰੀ ਨੌਲੇਜ ਨਹੀਂ ਹੈਗੀ ਜਾਂ ਕੋਈ ਆਪਣਾ ਪਰਸਨਲ ਏਜੰਡਾ ਚਲਾਉਣਾ ਚਾਹੁੰਦੇ ਸੀ, ਇਸ ਕਰਕੇ ਉਹਨਾਂ ਨੇ ਇਹ ਗੱਲ ਸ਼ੁਰੂ ਕੀਤੀ ਹੈ। ਸ਼ਾਲਾ ਜੀ, ਜਿਨ੍ਹਾਂ ਨੇ ਨਹੀਂ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ, ਜਿਨ੍ਹਾਂ ਦੇ ਹਲਕੇ 'ਚ ਪਿਛਲੀ ਵਾਰ ਤੁਸੀਂ MLA ਦੀ ਦਾਅਵੇਦਾਰੀ ਠੋਕੀ ਸੀ ਔਰ ਕਿਤੇ ਨਾ ਕਿਤੇ ਕੱਲ੍ਹ ਸਾਡੇ ਨਾਲ ਜਦੋਂ ਉਹਨਾਂ ਦੇ ਕੌਂਸਲਰ ਪ੍ਰਭ ਰਟੋਲ ਜੁੜੇ ਸੀ, ਉਹਨਾਂ ਨੇ ਸਿੱਧਾ ਤੁਹਾਡਾ ਨਾਂ ਲਿੱਤਾ ਸੀ ਕਿ ਵਿਨਾਸ਼ ਸ਼ੈਲਾ ਵੀ ਜਿਹੜਾ ਉਹਨੇ ਵੀ ਹਰਾਉਣ ਵਾਸਤੇ, ਕਿਉਂਕਿ ਜਿਹੜੇ ਪਾਰਟੀ 'ਚ ਰਹਿ ਕੇ ਪਾਰਟੀ ਦੇ ਅਗੇਂਸਟ ਕੰਮ ਕਰਦੇ ਰਹੇ ਤੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਹਰਾਇਆ ਗਿਆ। ਦੇਖੋ, ਚਲੋ ਮੈਂ ਤੇ ਉਹਨਾਂ ਨੂੰ ਦੁਸ਼ਮਣ ਨਹੀਂ ਮੰਨਦਾ। ਸਾਡੇ ਪਾਰਟੀ ਦੇ ਬੜੇ ਸੀਨੀਅਰ ਕਾਉਂਸਲਰ ਨੇ ਔਰ ਸਾਡੇ ਭਰਾ ਨੇ। ਲੇਕਿਨ ਜੇ ਉਹ ਇਹ ਮੰਨਦੇ ਨੇ ਕਿ ਸਾਡਾ ਉੱਥੇ ਇੰਨਾ ਜਨ ਆਧਾਰ ਹੈਗਾ ਹੈ, ਜੇ ਉਹ ਮੰਨਦੇ ਨੇ ਕਿ ਅਸੀਂ ਪਾਰਟੀ ਦੇ ਵਿੱਚ ਇੰਨਾ ਕੰਮ ਕੀਤਾ ਹੈ, ਨਾਰਥ ਹਲਕੇ 'ਚ ਇੰਨਾ ਕੰਮ ਕੀਤਾ ਹੈ,
ਤੇ ਮੈਂ ਸਮਝਦਾ ਜੇ ਅਨਿਲ ਜੋਸ਼ੀ ਸਾਨੂੰ ਨਾਲ ਨਹੀਂ ਲੈ ਕੇ ਚੱਲ ਸਕੇ ਤੇ ਫਿਰ ਅਨਿਲ ਜੋਸ਼ੀ ਦੀ ਕਮੀ ਆ, ਉਸ ਕੈਂਡੀਡੇਟ ਦੀ ਕਮੀ ਆ ਜਿਹੜਾ ਸਾਡੇ ਵਰਗੇ ਯੋਧਿਆਂ ਨੂੰ, ਸਾਡੇ ਵਰਗੇ ਪਾਰਟੀ ਦੇ ਕਾਰਜਕਰਤਾਵਾਂ ਨੂੰ, ਵਰਕਰਾਂ ਨੂੰ ਨਾਲ ਨਹੀਂ ਲੈ ਕੇ ਜਾ ਸਕੇ। ਅਗਲੀ ਵਾਰੀ ਜਦੋਂ ਇਲੈਕਸ਼ਨ ਲੜਨ ਸਾਨੂੰ ਡਟ ਕੇ ਨਾਲ ਲੈ ਕੇ ਜਾਣ। ਅਸੀਂ ਤੇ ਖੁਦ ਜਿਹੜਾ ਕਹਿੰਦੇ ਆ ਕਿ ਅਸੀਂ ਮਿਹਨਤ ਬਹੁਤ ਕੀਤੀ ਆ ਉੱਤਰੀ ਹਲਕੇ ਦੇ ਵਿੱਚ, ਪਾਰਟੀ ਕਿਸੇ ਵੀ ਕਾਰਜਕਰਤਾ ਨੂੰ ਟਿਕਟ ਦੇ ਦੇਵੇ ਅਸੀਂ ਉਹਨੂੰ ਜਿਤਾਉਣ ਵਾਸਤੇ ਤਨ ਮਨ ਨਾਲ ਲੱਗਾਂਗੇ। ਔਰ ਇਹ ਨੈਗੇਟਿਵਿਟੀ 'ਚੋਂ ਬਾਹਰ ਆਉਣਾ ਚਾਹੀਦਾ ਕਿ ਉਹਨੇ ਇਹਨੂੰ ਹਰਾਤਾ, ਉਹਨੇ ਇਹਨੂੰ ਹਰਾਤਾ। ਮੇਰਾ ਕੋਈ ਪਰਸਨਲ ਦੁਸ਼ਮਣ ਨਹੀਂ, ਮੇਰਾ ਕੋਈ ਪਰਸਨਲ ਦੋਸਤ ਨਹੀਂ। ਮੇਰੀ ਪਾਰਟੀ ਮੇਰੀ ਮਾਂ ਹੈ। ਭਾਰਤੀ ਜਨਤਾ ਪਾਰਟੀ ਦਾ ਹਰ ਕੈਂਡੀਡੇਟ ਮੇਰਾ ਆਪਣਾ ਕੈਂਡੀਡੇਟ ਆ। ਜਿਹਨੂੰ ਵੀ ਪਾਰਟੀ ਟਿਕਟ ਦੇਗੀ, ਉਹ ਚਾਹੇ ਅਨਿਲ ਜੋਸ਼ੀ ਹੋਵੇ, ਉਹ ਚਾਹੇ ਸ਼ਵੇਤ ਮਲਿਕ ਜੀ ਹੋਣ, ਉਹ ਚਾਹੇ ਪੱਪੂ ਮਹਾਜਨ ਹੋਵੇ, ਉਹ ਚਾਹੇ ਕੋਈ ਇੱਕ ਬੂਥ ਦਾ ਕਾਰਜਕਰਤਾ ਵੀ ਹੋਵੇ, ਉਹ ਚਾਹੇ ਅਵਿਨਾਸ਼ ਸ਼ੈਲਾ ਵੀ ਹੋਵੇ। ਬਿਲਕੁਲ ਕਿਉਂ ਨਹੀਂ ਹੋ ਸਕਦਾ ਜੀ। ਤੇ ਫਿਰ ਸ਼ੈਲਾ ਜੀ ਤੁਸੀਂ ਅੱਜ ਕਹਿ ਰਹੇ ਹੋ ਕਿ ਕੋਈ ਹੋਏ ਮੈਂ ਵੋਟ ਪਾਵਾਂਗਾ, ਮੈਂ ਉਹਦੇ ਪਿੱਛੇ ਲੜਾਂਗਾ। ਫਿਰ ਪਿਛਲੀ ਇਲੈਕਸ਼ਨ 'ਚ ਅਨਿਲ ਜੋਸ਼ੀ ਦਾ ਕਿਉਂ ਨਹੀਂ ਸਾਥ ਦਿੱਤਾ ਗਿਆ? ਉਹ ਸਰੇਆਮ ਕਹਿ ਰਹੇ ਨੇ ਕਿ 5-7 ਕੌਂਸਲਰ ਸੀ ਔਰ ਕੁਝ ਪਾਰਟੀ ਦੇ ਕੱਦਵਰ ਲੀਡਰ ਅਤੇ ਉਹਨਾਂ ਦੇ ਭਰਾ ਜਿਹੜੇ ਲੋਕ ਐਂਟੀ ਕੰਪੈਂਸੀ ਕਰਦੇ ਰਹੇ, ਟੈਲ ਮੰਤਰੀ ਕਹਿੰਦੇ ਰਹੇ, ਦੁਬਈ 'ਚ ਹੋਟਲ ਕਹਿੰਦੇ ਰਹੇ, ਤਰ੍ਹਾਂ ਦੇ ਆਰੋਪ ਜਿਹੜੇ ਆਲਰੇਡੀ ਚੈਨਲਾਂ ਦੇ ਦੇਖੇ ਹੋਣਗੇ। ਮੈਂ ਚਾਹਾਂਗਾ ਇੱਕ ਵਾਰੀ ਉਹਦੇ 'ਤੇ ਸੰਖੇਪ 'ਤੇ ਜ਼ਰੂਰ ਗੱਲ ਕਰੋ। ਮੈਨੂੰ ਇਹ ਲੱਗਦਾ ਜਿਹੜੀ ਅਨਿਲ ਜੋਸ਼ੀ ਜੀ ਤੁਸੀਂ ਗੱਲ ਕਰ ਰਹੇ ਜਾਂ ਉਹਨਾਂ ਦੇ ਜਿਹੜੇ ਕੁਝ ਸਾਥੀ ਨੇ ਉਹ ਗੱਲ ਕਰ ਰਹੇ ਆ ਕਿ ਬਲੇਮ ਇੱਕ ਦੂਜੇ ਦੇ ਉੱਤੇ ਜਿਹੜੀ ਇਹ ਚੱਲ ਰਹੀ ਹੈ ਸਾਰੀ ਵਾਰ, ਸਾਡੀਆਂ ਕਮੀਆਂ ਰਹੀਆਂ, ਸਾਡੀ ਸਰਕਾਰ ਦੀਆਂ ਕਮੀਆਂ ਰਹੀਆਂ, ਸਾਡੇ ਲੋਕਲ ਬੋਡੀ ਮੰਤਰੀ ਦੇ ਕੋਲ ਕਮੀਆਂ ਰਹੀਆਂ ਕਿ ਜਿਸ ਹਲਕੇ ਤੋਂ, ਜਿਸ ਸ਼ਹਿਰ ਦੇ, ਜਿਸ ਪਾਰਟੀ ਦੇ ਵੋਟਰ ਬੈਂਕ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਸੀ, ਅਸੀਂ ਉਹਦੇ ਮੁੱਦਿਆਂ ਨੂੰ ਸਮਝ ਨਹੀਂ ਸਕੇ, ਅਸੀਂ ਜ਼ਮੀਨੀ ਹਕੀਕਤ ਨੂੰ ਸਮਝ ਨਹੀਂ ਸਕੇ, ਅਸੀਂ ਆਪਣੇ ਵਰਕਰਾਂ ਦੇ ਦਰਦ ਨੂੰ ਸਮਝ ਨਹੀਂ ਸਕੇ। ਅਸੀਂ ਐਕਚੁਅਲ ਦੇ ਵਿੱਚ ਜ਼ਮੀਨ ਖੋਲੀ ਸੀ, ਇਸ ਕਰਕੇ ਹਾਰੇ। ਨਾ ਕਿ ਕਿਸੇ ਦੇ ਕਹਿਣ 'ਤੇ ਕਦੀ ਕੋਈ ਵੋਟ ਪਾਉਂਦਾ ਤੇ ਨਾ ਕਦੀ ਕਿਸੇ ਦੇ ਕਹਿਣ 'ਤੇ ਕੋਈ ਵੋਟ ਘੱਟ ਜਾਂਦੀ ਆ। ਸਰਕਾਰ ਦੀਆਂ ਕਮੀਆਂ ਦੇ ਕਾਰਨ ਸ਼ਹਿਰੀ ਲੋਕ ਇੰਨੇ ਨਾਰਾਜ਼ ਸੀ ਕਿ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਜਿੱਥੇ 23 ਦੇ ਵਿੱਚੋਂ 19 ਸੀਟਾਂ ਜਿੱਤਦੀ ਸੀ, ਜਿੱਥੇ 23 ਦੇ ਵਿੱਚੋਂ 18 ਸੀਟਾਂ ਜਿੱਤਦੀ ਸੀ, ਜਦੋਂ ਅਨਿਲ ਜੋਸ਼ੀ ਜੀ ਕੈਬਨਿਟ ਮੰਤਰੀ ਬਣੇ, ਜਿਸ ਤਰ੍ਹਾਂ ਕਿ ਇਹ ਕਹਿੰਦੇ ਨੇ ਮੈਂ ਬਹੁਤ ਵਿਕਾਸ ਕਰਾਇਆ ਸਾਰੇ ਪੰਜਾਬ ਦੇ ਵਿੱਚ, ਫਿਰ ਤੇ ਪੂਰੇ ਪੰਜਾਬ ਜਿੱਤਣਾ ਚਾਹੀਦਾ ਸੀ ਨਾ। ਆਪਾਂ ਇਕੱਲੇ ਹਲਕੇ ਦੀ ਗੱਲ ਕਿਉਂ ਕਰੀ ਜਾਂਦੇ ਆ? ਇਹ ਆਪਾਂ ਉੱਤਰੀ ਹਲਕੇ 'ਚ ਹੀ ਹਾਰ ਗਏ, ਸਾਨੂੰ ਹਰਾਤਾ। ਅਸੀਂ ਸਾਰੇ ਪੰਜਾਬ ਦਾ ਸਫਾਇਆ ਕਰਤਾ ਬੀਜੇਪੀ ਦਾ। ਨਹੀਂ, ਪਰ ਇੱਕ ਗੱਲ ਤਾਂ ਦੇਖਣੀ ਪਏਗੀ ਨਾ। ਉਹ ਕਹਿੰਦੇ ਨੇ ਪੂਰੇ ਪੰਜਾਬ 'ਚ ਜਿੰਨੀਆਂ ਵੋਟਾਂ ਨੇ ਪਈਆਂ, ਮੈਨੂੰ 40,000 ਤੋਂ ਵੱਧ ਵੋਟ ਮੈਨੂੰ ਇਕੱਲੇ ਨਾਰਥ ਹਲਕੇ 'ਚ ਪਈ ਹੈ। ਆਪਾਂ ਇਸ ਚੀਜ਼ ਨੂੰ ਵੀ ਇਗਨੋਰ ਨਹੀਂ ਨਾ ਕਰ ਸਕਦੇ। ਗੱਲ ਇਹ ਆ ਰਵੀ ਜੀ, ਇਹ ਹਰ ਬੰਦੇ ਦਾ ਵਿਚਾਰ ਆ ਆਪਣਾ। ਕੋਈ ਗਿਲਾਸ ਪਾਣੀ ਦਾ ਉੱਪਰ ਤੱਕ ਅੱਧਾ ਭਰਿਆ ਵਾ ਕਹਿੰਦਾ, ਤੇ ਕੋਈ ਕਹਿੰਦਾ ਗਿਲਾਸ ਖਾਲੀ ਆ। ਮੈਨੂੰ ਇੱਕ ਗੱਲ ਦੱਸੋ, ਲੋਕਲ ਬੋਡੀ ਮੰਤਰੀ ਇਲੈਕਸ਼ਨ ਲੜ ਰਿਹਾ ਹੋਵੇ, ਉਹਦੇ ਸਾਹਮਣੇ ਇਲੈਕਸ਼ਨ ਜਿਹੜਾ ਲੜ ਰਿਹਾ ਉਹ ਪਿਛਲੀ ਵਾਰੀ ਦੂਸਰੀ ਕਿਸੇ ਹੋਰ ਹਲਕੇ ਤੋਂ ਇਲੈਕਸ਼ਨ ਲੜਿਆ ਹੋਵੇ, ਤੀਸਰੇ ਨੰਬਰ 'ਤੇ ਆਇਆ ਹੋਵੇ, ਤੇ ਇਸ ਵਾਰ ਇੱਥੋਂ 10 ਦਿਨ ਪਹਿਲਾਂ ਟਿਕਟ ਦਿੱਤੀ ਆ ਤੇ ਉਹਨੇ ਇਲੈਕਸ਼ਨ ਹਰਾਤੀ। ਆਪਾਂ ਵੋਟਾਂ ਗਿਣਨ ਦੇ ਕਿੰਨੀਆਂ ਪਈਆਂ ਸੀ। ਅਸੀਂ ਮੁਕਾਬਲਾ ਕਿਹਦੇ ਨਾਲ ਕਰਦੇ ਪਏ ਹਾਂ? ਅਸੀਂ ਰਜੇਸ਼ ਹਣੀ ਨਾਲ ਮੁਕਾਬਲਾ ਕਰਦੇ ਪਏ ਹਾਂ। ਮੈਂ ਤਾਂ ਕਹਿੰਦਾ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਵੀ ਨਵਜੋਤ ਸਿੰਘ ਸਿੱਧੂ ਸਾਹਮਣੇ ਇਲੈਕਸ਼ਨ ਨਹੀਂ ਲੜੀ ਆਪਾਂ। ਸਾਨੂੰ ਪਤਾ ਲੱਗ ਜਾਂਦਾ ਸਾਨੂੰ ਕਿੰਨੀਆਂ ਵੋਟਾਂ ਪਈਆਂ। ਜੇ 40 ਤੋਂ ਉਹ ਹਾਰਿਆ ਤੇ ਆਪਾਂ ਵੀ 45 ਤੋਂ ਹਰਨਾ ਹੀ, ਘੱਟ ਨਹੀਂ ਹਰਨਾ। ਜੇ ਸੋਨੀ ਸਾਹਿਬ ਦੇ ਸਾਹਮਣੇ ਅਸੀਂ ਇਲੈਕਸ਼ਨ ਲੜ ਲਈ ਹੁੰਦੀ ਤੇ ਮੈਨੂੰ ਲੱਗਦਾ ਜਿਹਨੇ 5 ਵਾਰ ਅੱਗੇ ਲਗਾਤਾਰ ਜਿੱਤੇ ਹੋਏ ਨੇ, ਜੇ ਕਿਤੇ ਆਪਾਂ ਉਹਦੇ ਸਾਹਮਣੇ ਇਲੈਕਸ਼ਨ ਲੜ ਲਈ ਹੁੰਦੀ ਤਾਂ ਸ਼ਾਇਦ ਆਪਾਂ 30-35 ਹਜ਼ਾਰ ਤੋਂ ਉੱਪਰ ਹੀ ਹਰਨਾ ਸੀ। ਆਪਾਂ ਕੈਂਡੀਡੇਟ ਵੀ ਵੇਖੀਏ ਵੀ ਕਿਹੜੇ ਕੈਂਡੀਡੇਟ ਦੇ ਸਾਹਮਣੇ ਆਪਾਂ ਇਲੈਕਸ਼ਨ ਲੜ ਰਹੇ ਸੀ। ਇਹੋ ਹੀ ਵੈਸਟ ਹਲਕੇ ਦਾ ਹਾਲ ਆ, ਇਹੋ ਹੀ ਸਾਊਥ ਦਾ ਹਾਲ ਆ। ਅਸੀਂ ਸਭ ਤੋਂ ਪੰਜਾਬ ਦੇ ਵੀਕ ਕੈਂਡੀਡੇਟ ਦੇ ਕੋਲੋਂ ਸਭ ਤੋਂ ਤਗੜਾ ਕੈਂਡੀਡੇਟ ਜਿਹਨੂੰ ਅਸੀਂ ਮੰਨਦੇ ਹਾਂ ਕਿ ਸਾਡਾ ਕੈਂਡੀਡੇਟ ਬਹੁਤ ਤਗੜਾ ਵਾ, ਸਾਡੇ ਕੈਂਡੀਡੇਟ ਨੇ ਵਿਕਾਸ ਪੁਰਸ਼ ਆ, ਉਹਨਾਂ ਨੇ ਬਹੁਤ ਕੰਮ ਕਰਾਏ ਆ, ਉਹ ਹਾਰ ਕਿਹੜੇ ਕੈਂਡੀਡੇਟ ਕੋਲ ਰਹੇ ਨੇ। ਅਸੀਂ ਇਹ ਪ੍ਰਮਾਤਮਾ ਕੋਲ ਅਰਦਾਸ ਕਰੀਏ ਕਿ ਅਸੀਂ ਇਸ ਨਵਜੋਤ ਸਿੰਘ ਸਿੱਧੂ ਕੋਲ ਇਲੈਕਸ਼ਨ ਨਹੀਂ ਲੜੀ, ਅਸੀਂ ਸੋਨੀ ਸਾਹਮਣੇ ਇਲੈਕਸ਼ਨ ਨਹੀਂ ਲੜੀ, ਅਸੀਂ ਬੁਲਾਰੀਆ ਸਾਹਮਣੇ ਇਲੈਕਸ਼ਨ ਨਹੀਂ ਲੜੀ। ਤੁਸੀਂ ਜਿਸ ਤਰ੍ਹਾਂ ਦੀ ਗੱਲ ਕਰ ਰਹੇ ਹੋ ਉਸ ਤਰ੍ਹਾਂ ਦੀ ਗੱਲ ਤੇ ਉਹ ਕਹਿ ਰਹੇ ਨੇ, ਕਹਿੰਦੇ ਕਿ ਬੀਜੇਪੀ ਦੇ ਆਪਣੇ ਬੰਦੇ ਹੀ ਜਿਹੜੇ ਹੈਗੇ ਸੀ ਉਹਨਾਂ ਨੇ ਮੈਨੂੰ ਹਰਾਇਆ, ਤੇ ਉਹ ਕਾਂਗਰਸ ਦੇ ਨਾਲ ਖੜ ਕੇ ਜੋ ਅੱਜ ਜਿਸ ਤਰ੍ਹਾਂ ਤੁਸੀਂ ਕਾਂਗਰਸ ਦੇ ਕੈਂਡੀਡੇਟਾਂ ਦੀ ਗੱਲ ਕਰਦੇ ਪਏ, ਉਹ ਕਹਿੰਦੇ ਇਹੀ ਗੱਲ ਤੇ ਹੋਈ ਹੈ ਕਿ ਕਾਂਗਰਸ ਦੇ ਕੈਂਡੀਡੇਟਾਂ ਦੀ ਜ਼ਿਆਦਾ ਸ਼ਲਾਘਾ ਕੀਤੀ ਗਈ ਸਾਡੇ ਪਾਰਟੀ ਦੇ ਕਾਰਜਕਰਤਾ ਵੱਲੋਂ। ਮੈਂ ਤਾਂ ਹੈਰਾਨ ਆ ਔਰ ਮੈਨੂੰ ਦੁੱਖ ਵੀ ਆ, ਕਿਉਂਕਿ ਆਪਣੀ ਪਾਰਟੀ ਆ, ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਐਕਚੁਅਲ ਦੇ ਵਿੱਚ ਪਿਛਲੀ ਸਰਕਾਰ ਦੇ ਵਿੱਚ ਦੇਖੋ 4 ਚੀਜ਼ਾਂ ਨੇ ਪੰਜਾਬ ਦੇ ਵਿੱਚ ਸ਼ਹਿਰੀਆਂ ਨੇ ਜਿੱਥੋਂ ਰੋਟੀ ਖਾਧੀ ਆ, ਔਰ ਮੈਂ ਸਿਰਫ ਅੰਮ੍ਰਿਤਸਰ ਦੀ ਗੱਲ ਕਰਾਂ ਤੇ ਉਹਦੇ ਵਿੱਚ ਵੀ 3-4 ਚੀਜ਼ਾਂ ਨੇ ਜਿੱਥੋਂ ਰੋਟੀ ਖਾਂਦੇ ਸੀ ਪੰਜਾਬ ਦੇ ਲੋਕ। ਔਰ ਉਹਦੇ ਉੱਪਰ ਸਾਡੀ ਭਾਈਵਾਲ ਪਾਰਟੀ ਅਕਾਲੀ, ਕਿਉਂਕਿ ਉਹਨਾਂ ਨੇ ਪਿੰਡਾਂ 'ਚੋਂ ਵੋਟਾਂ ਲੈਣੀਆਂ ਸੀ,
ਸ਼ਹਿਰਾਂ 'ਚੋਂ ਵੋਟਾਂ ਲੈਣੀਆਂ ਸੀ ਬੀਜੇਪੀ ਨੇ, ਔਰ ਅਸੀਂ ਇੰਨੀ ਬੁਰੀ ਤਰ੍ਹਾਂ ਫੇਲ ਹੋਏ ਹਾਂ। ਅਸੀਂ ਆਪਣੇ ਸ਼ਹਿਰੀਆਂ ਦੀ, ਵਪਾਰੀਆਂ ਦੀ ਗੱਲ ਕਰਨ ਦੇ ਵਿੱਚ, ਉਹਦੇ 'ਚ ਸਭ ਤੋਂ ਵੱਡਾ ਰੋਲ ਸੀ ਪ੍ਰੋਪਰਟੀ ਦੇ ਕੰਮ ਦਾ। ਅਸੀਂ ਪ੍ਰੋਪਰਟੀ ਟੈਕਸ ਲਾਇਆ, ਅਸੀਂ ਪਾਵਰ ਟੋਰਨੀਆਂ ਬੰਦ ਕੀਤੀਆਂ, ਅਸੀਂ ਰੈਗੂਲਾਈਜੇਸ਼ਨ ਦੇ ਨਾਂ ਦੇ ਉੱਤੇ ਕਲੋਨੀਆਂ ਦੇ ਉੱਤੇ ਵੱਡੇ ਵੱਡੇ ਟੈਕਸ ਲਾਤੇ, ਅਸੀਂ ਬੰਦ ਕਰਾਤੀਆਂ ਕਲੋਨੀਆਂ। ਉਹ ਪ੍ਰੋਪਰਟੀ ਦਾ ਕੰਮ ਇੰਨੀ ਬੁਰੀ ਤਰ੍ਹਾਂ ਨਾਲ ਜਿਹੜਾ ਉਹ ਡੈਮੇਜ ਹੋਇਆ। ਉਹ ਅੱਧਾ ਪੰਜਾਬ ਜਿਹੜਾ ਵਾ ਰੋਟੀ ਪ੍ਰੋਪਰਟੀ ਦੇ ਕੰਮ ਤੋਂ ਖਾ ਰਿਹਾ ਸੀ। ਅੰਮ੍ਰਿਤਸਰ ਮੈਕਸਿਮਮ ਰੋਟੀ ਪ੍ਰੋਪਰਟੀ ਦੇ ਕੰਮ ਤੋਂ ਖਾ ਰਿਹਾ ਸੀ। ਉਹਦੇ ਕਰਕੇ ਨੁਕਸਾਨ ਹੋਇਆ ਸ਼ਹਿਰਾਂ 'ਚ। ਦੂਸਰਾ ਆ ਗਿਆ ਸਾਡੇ ਇੱਥੇ ਦਰਬਾਰ ਸਾਹਿਬ ਦੇ ਕਰਕੇ, ਟੂਰਿਸਟਾਂ ਕਰਕੇ ਸਾਨੂੰ ਜਿਹੜਾ ਵਾ ਬਹੁਤ ਜਿਹੜਾ ਵਾ ਅੰਮ੍ਰਿਤਸਰ ਦੇ ਲੋਕ ਰੋਟੀ ਖਾਂਦੇ ਨੇ। ਹੋਟਲਾਂ ਦਾ ਮੁੱਦਾ ਆਇਆ। ਮੈਂ ਤਾਂ ਕਹਿੰਦਾ ਜੋਸ਼ੀ ਸਾਹਿਬ ਨੇ ਇੰਨੀ ਜ਼ਬਰਦਸਤ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਮੈਂ ਬੜੀ ਜ਼ਮੀਨ। ਆਪਾਂ ਕਿਸਾਨਾਂ ਦੀ ਆਵਾਜ਼ ਚੁੱਕਦੇ ਪਏ, ਜਿਹੜੀ ਪੂਰੇ ਹਿੰਦੁਸਤਾਨ ਦਾ ਮੁੱਦਾ। ਹੋਟਲਾਂ ਵਾਲੇ 3 ਸਾਲ 4 ਸਾਲ ਰੋਂਦੇ ਰਹੇ। ਇਹ ਲੋਕਲ ਬੋਡੀ ਮੰਤਰੀ ਸੀ, ਰੋਜ਼ ਉੱਥੇ ਹੋਟਲ ਢਾਉਣ ਵਾਸਤੇ ਚਲੇ ਜਾਂਦੇ ਰਹੇ ਸੀ, ਲੇਕਿਨ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਇਹਨਾਂ ਨੂੰ ਉਹਨਾਂ ਦਾ ਕੋਈ ਦਰਦ ਨਹੀਂ ਆਇਆ, ਕੋਈ ਹਾ ਦਾ ਨਾਰਾ ਨਹੀਂ ਇਹਨਾਂ ਨੇ ਮਾਰਿਆ। ਉਹ ਹੋਟਲ ਇੰਡਸਟਰੀ ਜਿਹੜੀ ਆ ਉਹ ਅੰਮ੍ਰਿਤਸਰ ਦੀ ਬਰਬਾਦ ਹੋ ਗਈ, ਉਹਦਾ ਖਮਿਆਜਾ ਭੁਗਤਣਾ ਪਿਆ। ਸਭ ਤੋਂ ਵੱਡਾ ਇਹਨਾਂ ਨੇ ਅੰਮ੍ਰਿਤਸਰ 'ਚ ਜਿਹੜਾ ਪ੍ਰੋਜੈਕਟ ਲਗਵਾਇਆ ਹੈ, ਚਾਹੇ ਉਹ ਸੁਖਬੀਰ ਬਾਦਲ ਦਾ ਸੀ, ਲੇਕਿਨ ਇਹ ਸਾਈਨ ਜਿਹੜੇ ਕਹਿੰਦੇ ਨਾ ਵੀ ਮੇਰੇ ਸਾਈਨ ਹੁੰਦੇ ਸੀ ਹਰ ਵਿਕਾਸ ਦੇ ਕੰਮ ਤੇ, ਵਿਨਾਸ਼ ਦੇ ਕੰਮ ਤੇ ਵੀ ਇਹਨਾਂ ਦੇ ਸਾਈਨ ਹੋਏ ਆ। ਇਹ ਜਿਹੜਾ BRTS ਪ੍ਰੋਜੈਕਟ ਲੱਗਾ ਵਾ, ਇਹਦੇ ਨਾਲ ਕਿਸੇ ਦਾ ਭਲਾ ਤਾਂ ਨਹੀਂ ਹੋਇਆ। ਪਹਿਲਾਂ ਤੇ 30-35 ਹਜ਼ਾਰ ਪੇੜ ਕੱਟਿਆ ਗਿਆ, ਜਿਹੜਾ ਇੰਨੀ ਆਕਸੀਜਨ ਦਿੰਦਾ ਸੀ, ਇੰਨਾ ਪਾਣੀ ਦਿੰਦਾ ਸੀ, ਛਾਂ ਦਿੰਦਾ ਸੀ। ਪਲੇ ਹੋਏ ਦਰਖਤ ਅਸੀਂ ਕੱਟਦੇ ਸੀ, ਇੱਕ ਵਾਰ ਨਹੀਂ ਸੋਚਿਆ, ਸਾਨੂੰ ਕੋਈ ਹਾ ਦਾ ਨਾਰਾ ਨਹੀਂ ਆਇਆ। ਦੂਸਰਾ, ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦੂਸਰਾ ਸਭ ਤੋਂ ਵੱਡਾ ਕਾਰੋਬਾਰ ਹੈ। ਜੇ ਗਰੀਬ ਆਦਮੀ ਰੋਟੀ ਖਾਂਦਾ ਤੇ ਉਹ ਆਟੋ ਲੈ ਕੇ, ਆਟੋ ਤੋਂ ਚਲਾ ਕੇ ਰੋਟੀ ਖਾਂਦਾ। ਉਹ 35,000 ਰਜਿਸਟਰਡ ਆਟੋ ਵਾਲਾ, ਔਰ ਉਸ ਤੋਂ ਇਲਾਵਾ ਜਿਹੜੇ ਕੋਈ ਵਿਚਾਰੇ ਰੋਜ਼ 200-300 ਰੁਪਏ ਦਿਹਾੜੀ ਦੇ ਉੱਤੇ ਕਿਰਾਏ ਤੇ ਆਟੋ ਲੈ ਕੇ ਚਲਾਉਂਦੇ ਨੇ, ਉਹ ਜਿਹੜਾ ਉਹਨਾਂ ਦੇ ਪਰਿਵਾਰ ਦੀਆਂ 8-8 ਵੋਟਾਂ ਕੇ ਲਈਏ, ਉਹ ਜਿਹੜੀ 1.5-2 ਲੱਖ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੋਟ ਸੀ, ਉਹ ਇਸ BRTS ਪ੍ਰੋਜੈਕਟ ਕਰਕੇ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਚੁੱਲ੍ਹੇ ਠੰਡੇ ਹੋ ਗਏ, ਜਿਨ੍ਹਾਂ ਦੇ ਬੱਚੇ ਜਿਹੜੇ ਆ ਭੁੱਖੇ ਮਰਨੇ ਸ਼ੁਰੂ ਹੋ ਗਏ, ਉਹ ਆਟੋ ਵਾਲਿਆਂ ਦੀਆਂ ਬੱਸ ਫੀਸਾਂ ਕਰਕੇ ਤੁਸੀਂ ਹਾਰੇ ਜੇ। ਮੇਰਾ ਮਨ ਨਹੀਂ ਕਰਦਾ ਮੈਂ ਇਹ ਗੱਲਾਂ ਕਹਾਂ ਕਿ ਸਾਡੀ ਪਾਰਟੀ ਦੇ ਨੇਤਾ ਦੇ ਕੋਲੋਂ ਕਮੀਆਂ ਹੋਈਆਂ, ਪਰ ਤੁਸੀਂ ਆਪ ਸਾਡੇ ਕੋਲ ਇਹ ਕਰਵਾਉਣ ਡੇ ਜੇ। ਸਾਨੂੰ ਇਹਨਾਂ ਕਮੀਆਂ ਨੂੰ ਠੀਕ ਕਰਕੇ ਅੱਗੇ ਚੱਲਣਾ ਚਾਹੀਦਾ, ਨਾ ਕਿ ਅਸੀਂ ਆਪਣੇ ਹੀ ਵਰਕਰਾਂ ਦੇ ਉੱਤੇ ਇਲਜ਼ਾਮ ਲਾਈ ਜਾਈਏ, ਇਹਨੇ ਹਰਾਤਾ, ਇਹਨੇ ਹਰਾਤਾ। ਪਰ ਬਹੁਤ ਦੇਰ ਲਾਤੀ। ਜੇ ਗਲਤ ਹੋਇਆ ਸੀ ਤਾਂ ਤੁਸੀਂ ਤੇ ਨੌਜਵਾਨ ਸੀ, ਤੁਹਾਡਾ ਫਰਜ਼ ਸੀ ਆਵਾਜ਼ ਲਗਾਉਣੀ। ਤੁਸੀਂ ਕਿਉਂ ਨਹੀਂ ਆਵਾਜ਼ ਲਗਾਈ? ਤੁਸੀਂ ਤੇ ਆਪ ਆਪਣੇ ਇਲਾਕੇ ਦੇ ਵਿੱਚ ਮਹੂਰਤ ਕਰਨ ਆਏ ਤੇ ਉਹਨਾਂ ਦੇ ਖਿਲਾਫ ਧਰਨਾ ਲਾ ਕੇ ਜਿੰਦਾਬਾਦ ਮੁਰਦਾਬਾਦ ਕਰਤਾ। ਤੁਹਾਨੂੰ ਜਦ ਕਿ ਉਸ ਟਾਈਮ ਉਹਨਾਂ ਗਰੀਬ ਲੋਕਾਂ ਦੇ ਨਾਲ ਖੜ ਕੇ ਆਵਾਜ਼ ਲਗਾਉਣੀ ਚਾਹੀਦੀ ਸੀ। ਬਿਲਕੁਲ ਤੁਸੀਂ ਠੀਕ ਕਹਿੰਦੇ ਜੇ, ਔਰ ਅਸੀਂ ਇਹ ਵਿਰੋਧ ਕੀਤਾ ਸੀ। ਸਾਡੇ ਬਹੁਤ ਸਾਰੇ ਕੌਂਸਲਰਾਂ ਨੇ ਡਟ ਕੇ ਇਸ ਗੱਲ ਦਾ ਵਿਰੋਧ ਕੀਤਾ ਸੀ, ਲੇਕਿਨ ਅਸੀਂ ਪਾਰਟੀ ਦੇ ਸਿਪਾਹੀ ਹਾਂ, ਅਸੀਂ ਪਾਰਟੀ ਨਾਲ ਬੱਝੇ ਹੋਏ ਲੋਕ ਹਾਂ। ਅਸੀਂ ਇਹਨਾਂ ਵਾਂਗੂ ਛੋਟੀ ਜੀ ਗੱਲ ਕੋਈ ਵੀ ਹੋ ਜਾਏ ਜਾਂ ਵੱਡੀ ਗੱਲ ਹੋ ਜਾਏ, ਪਾਰਟੀ ਦੇ ਪਲੇਟਫਾਰਮ ਤੋਂ ਬਾਹਰ ਨਹੀਂ ਆਉਂਦੇ। ਉਸ ਦਿਨ ਵੀ ਉਹ ਲੜਾਈ ਜਿਹੜੀ ਆ, ਦੇਖੋ ਇਹ ਕਹਿੰਦੇ ਆ ਅਸੀਂ ਪਾਰਟੀ ਦੇ ਗੱਲ ਚੁੱਕਦੇ ਪਏ ਆ, ਆਪਣੇ ਕੌਂਸਲਰ ਨੂੰ ਨਹੀਂ ਦੱਸਿਆ। ਮੈਂ ਕਹਿੰਦਾ ਇੱਕ ਕੌਂਸਲਰ ਨਾਰਾਜ਼, 2 ਕੌਂਸਲਰ ਨਾਰਾਜ਼। ਸਾਡਾ ਸ਼ਹਿਰ ਦਾ ਮੇਅਰ ਬਖਸ਼ੀ ਰਾਮ ਅਰੋੜਾ ਜੀ 5 ਸਾਲ ਮੇਅਰ ਰਹੇ, ਇਹਨਾਂ ਦੀ ਬਣੀ ਨਹੀਂ ਉਹਨਾਂ ਨਾਲ। 8 ਮਹੀਨੇ ਟਰਸਟ ਦੇ ਚੇਅਰਮੈਨ ਸੁਰੇਸ਼ ਮਹਾਜਨ ਜੀ ਬਣੇ ਆ, ਇਹਨਾਂ ਦੀ ਬਣੀ ਨਹੀਂ ਉਹਦੇ ਨਾਲ। ਪੰਜਾਬ ਪ੍ਰਧਾਨ ਜੀ ਸ਼ਵੇਤ ਮਲਿਕ ਜੀ ਬਣੇ, MP ਨੇ ਅੱਜ ਦੀ ਡੇਟ 'ਚ, ਸਾਡੀ ਉਹਨਾਂ ਨਾਲ ਨਹੀਂ ਬਣਦੀ ਪਈ। ਤੇ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ। ਮੈਂ ਤੁਹਾਡੀ ਗੱਲ ਕੱਟ ਰਿਹਾ। ਫਿਰ ਜ਼ਿਲ੍ਹਾ ਪ੍ਰਧਾਨ ਵੀ ਰਹੇ ਬੜੇ, ਪੰਜਾਬ ਪ੍ਰਧਾਨ ਵੀ ਰਹੇ, ਫਿਰ ਇੱਕ ਇੱਕ ਕਰਕੇ ਸਾਰਿਆਂ ਦਾ ਨਾਂ ਲਓ ਨਾ, ਕਿਤੇ ਨਾਲ ਬਣੀ ਕਿਤੇ ਨਾਲ ਨਹੀਂ ਬਣੀ। ਜਿਹਦੇ ਨਾਲ ਨਹੀਂ ਬਣੀ ਅੱਜ ਉਹਦਾ ਨਾਂ ਲੈ ਰਹੇ ਹੋ, ਜਿਹਦੇ ਨਾਲ ਬਣੀ ਉਹਦੇ ਨਾਲ ਵਿਕਾਸ ਦਾ ਕੰਮ ਵੀ ਤਾਂ ਕੀਤਾ ਹੋਏਗਾ ਕਿਸੇ ਨਾਲ। ਨਹੀਂ, ਮੈਨੂੰ ਲੱਗਦਾ ਕਿ ਦੇਖੋ ਮਿਹਨਤ ਕਰਕੇ ਆਏ ਸੀ। ਪਾਰਟੀ ਦੇ ਜਿਹੜੇ ਲੋਕਾਂ ਨਾਲ ਅੱਜ ਨਾਰਾਜ਼ਗੀ ਕਰਦੇ ਪਏ ਆ, ਕੱਲ ਕਦੀ ਇਹੋ ਹੀ ਲੋਕ ਜਿਹੜੇ ਆ ਉਹ ਇਹਨਾਂ ਦੀ ਜਿੱਤ ਦਾ ਸਿਹਰਾ ਸਜਾਉਂਦੇ ਸੀ। ਇਹੋ ਹੀ ਟੀਮ ਸੀ ਜਿਹੜੀ ਇਹਨਾਂ ਨੂੰ ਜਿਤਾਉਂਦੀ ਰਹੀ ਆ। ਇਹਨਾਂ ਨੇ ਆਪਣੀ ਟੀਮ ਛੱਡਤੀ, ਅੱਜ ਹਾਰ ਦਾ ਸਾਹਮਣਾ ਦੇਖਣਾ ਪੈਣ ਡਿਆ। ਟੀਮ ਨੇ ਇਹਨਾਂ ਨੂੰ ਨਹੀਂ ਛੱਡਿਆ, ਇਹਨਾਂ ਨੇ ਟੀਮ ਨੂੰ ਛੱਡਤਾ। ਔਰ ਮੈਨੂੰ ਲੱਗਦਾ ਹੈ ਕਿ ਜੇ ਅੱਜ ਵੀ ਦਿਲ ਵੱਡਾ ਕਰਕੇ ਇਹ ਆਪਣੀ ਟੀਮ ਦੇ ਕੋਲ ਜਾਣ, ਵੈਸੇ ਇਹਨਾਂ ਨੇ ਪ੍ਰਯਾਸ ਕੀਤੇ ਸੀ। ਮੈਂ ਤਾਂ ਵੀਡੀਓ ਦੇ ਵਿੱਚ ਹੀ ਵੇਖਿਆ ਹੈ ਕਿ ਇਹਨਾਂ ਦਾ ਇੱਕ ਭਾਂਜਾ ਜਿਹੜਾ ਮੂੰਹ ਬੋਲਿਆ, ਉਹਨੇ ਕਿਹਾ ਜੀ ਇਹਨੇ ਵੀ ਹਰਾਤਾ ਜੀ, ਇਹਨੇ ਵੀ ਕਰਾਤਾ ਜੀ, ਸਾਨੂੰ 4.5 ਸਾਲ ਤੋਂ ਬਹੁਤ ਪਰੇਸ਼ਾਨ ਕਰਦੇ ਪਏ ਸੀ। 40-50 ਫੋਨ ਇਹਨਾਂ ਨੇ ਮੈਨੂੰ ਮੇਰੇ ਵੱਡੇ ਭਾਈ ਸਾਹਿਬ ਨੂੰ ਕੀਤੇ ਪਿਛਲੇ 6 ਮਹੀਨਿਆਂ ਦੇ ਵਿੱਚ ਕਿ ਅਸੀਂ ਬਹਿਣਾ ਜੀ, ਅਸੀਂ ਇਕੱਠੇ ਹੋਣਾ ਜੀ। ਮੰਤਰੀ ਸਾਹਿਬ ਦੇ ਵੀ ਸਾਨੂੰ ਗਏ, ਮੈਨੂੰ ਵੀ ਆਇਆ ਭਾਈ ਦਾ ਫੋਨ। ਔਰ ਅਸੀਂ ਤੇ ਵੱਡੇ ਦਿਲ ਦੇ ਨਾਲ ਬਿਲਕੁਲ ਹੱਥ ਖੜੇ ਕਰਕੇ ਕਿਹਾ ਵੀ ਭਾਈ ਸਾਹਿਬ ਬਿਲਕੁਲ ਅਸੀਂ ਭਰਾਵਾਂ ਦੇ ਨਾਲ ਹਾਂ, ਅਸੀਂ ਆਪਣੀ ਪਾਰਟੀ ਦੇ ਨਾਲ ਹਾਂ, ਇਕੱਠੇ ਹੋਣਾ ਚਾਹੀਦਾ। ਮੈਂ ਤੁਹਾਨੂੰ ਸ਼ੁਰੂਆਤ 'ਚ ਵੀ ਕਿਹਾ ਸੀ ਇਕੱਠੇ ਹੋਣਾ ਚਾਹੀਦਾ ਹੈ। ਇਹ ਰੋਪ ਪ੍ਰਤਰੋਪ ਲਾਈ ਜਾਵਾਂਗੇ ਤੇ ਵਧੀ ਜਾਣਗੇ। ਜਿਹੜੀਆਂ ਮੈਂ ਕਮੀਆਂ ਦੱਸੀਆਂ ਉਹ ਮੈਂ ਇਸ ਕਰਕੇ ਦੱਸੀਆਂ ਕਿ ਉਹ ਠੀਕ ਕਰਨੀਆਂ ਚਾਹੀਦੀਆਂ। ਅਸੀਂ ਵੋਟਾਂ ਤੇ ਸ਼ਹਿਰੀ ਲੈਣੀਆਂ। ਸ਼ਹਿਰਾਂ ਦਾ ਵਪਾਰ ਕਿੱਦਾਂ ਦੇਖੋ,
ਹੋਟਲ ਇੰਡਸਟਰੀ ਸਾਡੇ ਐਂਟੀ ਹੋ ਗਈ, ਸਾਡੇ ਆਟੋ ਯੂਨੀਅਨ, ਸਾਡੇ ਆਟੋ ਵਾਲੇ ਭਰਾ ਸਾਡੇ ਤੋਂ ਔਖੇ ਹੋ ਗਏ, ਮਿੰਨੀ ਬੱਸਾਂ ਵਾਲੇ ਸਾਡੇ ਤੋਂ ਔਖੇ ਹੋ ਗਏ, ਪ੍ਰਾਪਰਟੀ ਵਾਲੇ ਸਾਡੇ ਤੋਂ ਔਖੇ ਹੋ ਗਏ। ਇਹਨਾਂ ਦੇ ਨਾਲ ਨਾਲ ਜਿਹੜੇ ਛੋਟੇ ਕਾਰੋਬਾਰੀ ਦੁਕਾਨਦਾਰ ਨੇ ਦੂਸਰੇ ਨੇ, ਉਹਨਾਂ ਦੇ ਉੱਤੇ ਬਿਜਲੀ ਦਾ ਇੰਨਾ ਵੱਡਾ ਬੋਝ ਪਾਇਆ। ਰੇਤ 300 ਰੁਪਏ ਦੀ ਟਰਾਲੀ ਜਿਹੜੀ ਆ ਉਹ 3-3 ਹਜ਼ਾਰ ਦੀ, 4-4 ਹਜ਼ਾਰ ਦੀ ਵਿਕੀ। ਆਮ ਲੋਕਾਂ ਦੇ ਉੱਤੇ, ਖਾਸ ਕਰ ਸ਼ਹਿਰੀਆਂ ਦੇ ਉੱਤੇ ਅਸਰ ਪਿਆ। ਉਹ ਸਾਰੇ ਮੁੱਦਿਆਂ ਕਰਕੇ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਬੀਜੇਪੀ ਡਾਊਨ ਗਈ ਸੀ। ਅੱਜ ਲੋਕ ਦੇਖ ਰਹੇ ਆ ਕਿ ਜੇ ਬੀਜੇਪੀ ਇਹ ਮੁੱਦਿਆਂ ਤੇ ਚੱਲੇ ਤਾਂ ਵਧੇਗੀ। ਸ਼ੈਲਾ ਜੀ, ਗਲਤ ਗੱਲ ਹੈ। 10 ਸਾਲ ਉਸ ਸਰਕਾਰ ਦੇ ਭਾਈਵਾਲ ਰਹੇ ਹੋ ਤੁਸੀਂ, ਅੱਜ ਆਵਾਜ਼ ਚੁੱਕ ਰਹੇ ਹੋ। ਤੁਸੀਂ ਇਹ ਅੰਮ੍ਰਿਤਸਰ ਦੇ ਮੁੱਦੇ ਦੀ ਗੱਲ ਕਰ ਰਹੇ ਹੋ, ਨੋਟਬੰਦੀ, GST, ਕਈ ਸੈਂਟਰ ਵਾਲੇ ਇਹੋ ਜਿਹੇ ਇਸ਼ੂ ਆਏ, ਉਹਨਾਂ ਦੀ ਮਾਰ ਵੀ ਤਾਂ ਪੈ ਸਕਦੀ ਹੈ। ਜਦੋਂ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ, ਇਸ ਦੇਸ਼ ਦੇ ਵਿੱਚ ਇੰਨੀਆਂ ਕਮੀਆਂ ਆ ਚੁੱਕੀਆਂ ਸੀ। ਕਾਂਗਰਸ ਦੀ ਸਰਕਾਰ ਨੇ ਲੁੱਟ ਖਸੁੱਟ ਦੇ ਔਰ ਘੁਟਾਲਿਆਂ ਦੇ ਇੰਨੇ ਰਿਕਾਰਡ ਬਣਾਤੇ ਸੀ ਕਿ ਪਟਰੀ 'ਤੇ ਲਿਆਉਣ ਵਾਸਤੇ ਅਰਥ ਵਿਵਸਥਾ ਨੂੰ, ਸਰਕਾਰ ਨੂੰ, ਦੇਸ਼ ਨੂੰ ਕੁਛ ਜਿਹੜੇ ਫੈਸਲੇ ਸਖਤ ਲੈਣੇ ਪੈਣੇ ਸੀ। ਕੁਛ ਸੁਧਾਰਾਂ ਦੇ ਵਿੱਚੋਂ ਦੇਸ਼ ਲੰਘ ਰਿਹਾ ਹੈ, ਔਰ ਜਦੋਂ ਦੇਸ਼ ਸੁਧਾਰਾਂ 'ਚੋਂ ਲੰਘਦਾ ਹੈ ਤੇ ਫਿਰ ਉਹਦੇ ਵਾਸਤੇ ਜਿਹੜੇ ਆ ਉਹ ਨਵੇਂ-ਨਵੇਂ ਕਾਨੂੰਨ ਵੀ ਬਣਾਉਣੇ ਪੈਣੇ ਆ। ਲੋਕਾਂ ਨੂੰ ਥੋੜ੍ਹੀ ਮੁਸ਼ਕਲ ਵੀ ਆਉਣੀ ਆ, ਲੇਕਿਨ ਇਹ ਲੰਬੇ ਸਮੇਂ 'ਚ ਦੇਸ਼ ਨੂੰ, ਔਰ ਜਿਹਦਾ ਰਿਜ਼ਲਟ ਵੀ ਦੇਖਣ ਨੂੰ ਮਿਲਿਆ ਕਿ ਦੇਸ਼ ਜਿਹੜਾ ਵਾ ਅੱਜ ਦੁਨੀਆ ਦੇ ਵਿੱਚ ਸੁਪਰ ਪਾਵਰ ਬਣ ਕੇ ਆ ਰਿਹਾ। ਅੱਜ ਆਪਣੀ ਵੈਕਸੀਨ ਬਣਾ ਰਹੇ ਆ, ਲੋਕ ਸਾਡੇ ਕੋਲ ਵੈਕਸੀਨ ਲੈ ਰਹੇ ਆ, ਲੋਕ ਸਾਡੇ ਕੋਲੋਂ ਜਿਹੜਾ ਵਾ ਉਹ ਪੂਰੀ ਦੁਨੀਆ ਸਾਡੇ ਵੱਲ ਦੇਖ ਰਹੀ ਹੈ ਕਿ ਹਿੰਦੁਸਤਾਨ ਕਰੇਗਾ ਤੇ ਅਸੀਂ ਉਹਦੇ ਕੋਲੋਂ ਕੋਈ ਚੀਜ਼ ਲਵਾਂਗੇ। ਔਰ ਇਸ ਮੁਕਾਮ 'ਤੇ ਨਰਿੰਦਰ ਮੋਦੀ ਜੀ ਨੇ ਪਹੁੰਚਾਇਆ। ਔਰ ਮੈਂ ਤੇ ਇਹੋ ਹੀ ਕਹੂੰਗਾ ਤੁਹਾਨੂੰ ਕਿ ਜਿੱਦਣ ਤੁਹਾਡੀ ਕਥਨੀ ਤੇ ਕਰਨੀ 'ਚ ਫਰਕ ਹੈ। ਜੇ ਤੁਸੀਂ, ਤੁਹਾਡੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਸੀ, ਪੈਟਰੋਲ ਤੇ ਡੀਜ਼ਲ ਦੇ ਰੇਟ ਵਧੇ ਸੀ ਤਾਂ ਤੁਹਾਡੀ ਸਰਕਾਰ ਨੇ ਹਾਹਾਕਾਰ ਮਚਾਤੀ ਸੀ। ਅੱਜ 100 ਰੁਪਈਆ ਲੀਟਰ ਪੈਟਰੋਲ ਹੈ, ਅੱਜ ਤੁਸੀਂ ਚੁੱਪ ਹੋ। ਮੈਨੂੰ ਲੱਗਦਾ ਕਿ ਜਿਹੜੇ ਸਮਝਦਾਰ ਲੋਕ ਨੇ ਉਹ ਤੇ ਇਸ ਗੱਲ ਨੂੰ ਜ਼ਰੂਰ ਸਮਝਦੇ ਹੋਣਗੇ। ਇਹ ਪੂਰੀ ਦੁਨੀਆ ਦਾ ਮੁੱਦਾ ਬਣ ਗਿਆ, ਹੁਣ ਪੂਰੇ ਦੇਸ਼ ਦਾ ਨਹੀਂ ਰਿਹਾ। ਕਰੋਨਾ ਨੇ ਪਿਛਲੇ 2 ਸਾਲ ਦੇ ਵਿੱਚ ਪੂਰੀ ਦੁਨੀਆ ਦੀ ਅਰਥ ਵਿਵਸਥਾ ਜਿਹੜੀ ਆ ਨਾ ਉਹਨੂੰ ਚੌਪਟ ਕਰਤਾ। ਔਰ ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਗ੍ਹਾ 'ਤੇ ਜੇ ਕੋਈ ਹੋਰ ਹੁੰਦਾ ਤੇ ਜਿੰਨੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਕਰੋਨਾ ਦੇ ਉੱਪਰ ਵਿਜੇ ਪਾਈ ਆ ਦੇਸ਼ ਨੇ, ਔਰ ਸਾਡੇ ਹਿੰਦੁਸਤਾਨ ਦੀ ਸਰਕਾਰ ਨੇ ਉਹਨੂੰ ਪੂਰੀ, ਤੁਸੀਂ ਵੇਖੋ ਕੱਲ੍ਹ ਤੇ ਜੇ ਸਰਵੇ ਆਇਆ ਕਿ ਦੁਨੀਆ ਦੇ ਵਿੱਚ ਸਭ ਤੋਂ ਨੰਬਰ 1 ਤੇ ਜੇ ਲੋਕੀ ਪਸੰਦ ਕਰਦੇ ਪਏ ਔਰ ਜਿੰਨੇ ਡਟ ਕੇ ਕਰੋਨਾ ਕਾਲ ਦੇ ਵਿੱਚ ਕੰਮ ਕੀਤਾ ਉਹ ਨਰਿੰਦਰ ਮੋਦੀ ਆ। ਵਿਸ਼ਵ ਦਾ ਨੇਤਾ ਬਣ ਕੇ ਨਰਿੰਦਰ ਮੋਦੀ ਉੱਭਰੇ ਨੇ। ਉਹ ਇਸੇ ਕਰਕੇ ਉੱਭਰੇ ਨੇ। ਜਿਹੜੀ ਰਹੀ ਪੈਟਰੋਲ ਦੀ ਗੱਲ, ਦੇਖੋ ਕੋਈ ਹੋਰ ਐਕਸਟਰਾ ਟੈਕਸ ਨਹੀਂ ਲਾਇਆ। ਸਰਕਾਰ ਨੇ ਪੂਰੀ ਤਾਲਾਬੰਦੀ ਕੀਤੀ 3 ਮਹੀਨੇ। ਸਰਕਾਰ ਨੇ 3-3 ਹਜ਼ਾਰ 3500 ਰੁਪਇਆ ਮਜ਼ਦੂਰਾਂ ਦੇ ਖਾਤਿਆਂ 'ਚ ਪਾਇਆ, 2-2 ਹਜ਼ਾਰ ਰੁਪਇਆ ਕਿਸਾਨਾਂ ਦੇ ਖਾਤੇ 'ਚ ਪਾ ਰਹੇ ਨੇ। ਆਮ ਲੋਕਾਂ ਨੂੰ 5-5 ਕਿਲੋ ਕਣਕ ਨਾਲ ਦਾਲਾਂ ਸਭ ਫ੍ਰੀ ਦਿੱਤੀਆਂ। ਹੁਣ ਵੀ ਜਿਹੜਾ ਵਾ ਉਹ ਚੱਲ ਰਿਹਾ ਵਾ। ਔਰ ਇੰਨੇ ਸਾਰੀ ਵੈਕਸੀਨ ਹੈ ਉਹ ਫ੍ਰੀ ਲੱਗ ਰਹੀ ਆ। ਦੇਸ਼ ਦੇ ਵਿੱਚ ਸਾਡੇ ਪੜੋਸੀ ਮੁਲਕਾਂ ਦੇ ਨਾਲ ਜੋ ਸਾਡੀ ਲੜਾਈ 'ਚ, ਜਿਸ ਤਰ੍ਹਾਂ ਚਾਈਨਾ ਦੇ ਨਾਲ ਪਿੱਛੇ ਜੇ ਸਾਡੀ ਜੰਗ ਦੀ ਪੂਰੀ ਬਣ ਕੇ ਸੰਭਾਵਨਾ ਸਾਡੇ ਨਾਲ ਇੰਨੀ ਲੜਾਈ ਦੀ ਚੱਲਦੀ, ਪਾਕਿਸਤਾਨ ਨਾਲ ਚੱਲ ਰਹੀ ਆ। ਅਸੀਂ ਇੰਨੀ ਆਪਣੀ ਜਿਹੜੀ ਸੈਨਾ ਉਹਨੂੰ ਸਸ਼ਕਤ ਕਰਦੇ ਪਏ ਆ। ਉਹਨਾਂ ਸਭ ਵਾਸਤੇ ਜਿਹੜਾ ਵਾ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਪੈਟਰੋਲ ਦਾ ਜਿਹੜਾ ਵਾ ਉਹ ਡੰਕ ਜਿਹੜਾ ਜ਼ਰੂਰ ਵੱਜਦਾ ਪਿਆ, ਲੇਕਿਨ ਜਲਦੀ ਮੈਨੂੰ ਲੱਗਦਾ ਕਿ ਸਰਕਾਰ ਉਹਦੇ ਵੱਲ ਵੀ ਧਿਆਨ ਦੇਵੇਗੀ। ਚਲੋ, ਦੇਰ ਸੀ ਦਰੁਸਤ ਸੀ ਮੰਨੇ, ਪਰ ਗੱਲ ਵਾਪਸ ਅੰਮ੍ਰਿਤਸਰ 'ਤੇ। ਕੀ ਲੱਗਦਾ ਨਹੀਂ ਤੁਸੀਂ ਰਾਸ਼ਟਰੀ ਸੇਵਕ ਸੰਘ RSS ਦੇ ਨਾਲ ਜੁੜੇ ਹੋ? RSS ਹਮੇਸ਼ਾ ਲੋਕਾਂ ਨੂੰ ਸਹੀ ਰਸਤੇ ਚੱਲਣ ਵਾਸਤੇ ਕਹਿੰਦੇ ਪ੍ਰੇਰਿਤ ਕਰਦੀ ਹੈ, ਜੋ ਸੰਘ ਦੀ ਧਾਰਾ ਦੇ ਲੋਕ ਨੇ। ਕਿਆ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਪਾਰਟੀ ਨੇ ਇੱਕ MLA ਨੂੰ ਟਿਕਟ ਦਿੱਤੀ ਤੇ ਤੁਹਾਨੂੰ ਸਾਰਿਆਂ ਨੂੰ ਉਹਦੇ ਨਾਲ ਚੱਲਣਾ ਚਾਹੀਦਾ? ਤੁਸੀਂ ਉਦੋਂ ਖੁੱਲ੍ਹ ਕੇ ਵਿਰੋਧ ਕਿਉਂ ਕੀਤਾ ਪਿਛਲੀ ਇਲੈਕਸ਼ਨਾਂ 'ਚ? ਬਿਲਕੁਲ ਕੋਈ ਵਿਰੋਧ ਨਹੀਂ ਕੀਤਾ ਜੀ। ਅਸੀਂ ਵਿਰੋਧ ਕਰਨਾ ਦੂਰ ਆ, ਸੋਚ ਵੀ ਨਹੀਂ ਸਕਦੇ। ਮੈਨੂੰ ਯਾਦ ਆ, ਬਿਨਾਂ ਗੱਲ ਤੋਂ ਧੂੰਆਂ ਕਿਉਂ ਉੱਠਣ ਡਿਆ? ਫਿਰ ਆਪਣੀਆਂ ਕਮੀਆਂ ਲੁਕਾਉਣ ਵਾਸਤੇ। ਵੇਖੋ ਅਕਸਰ ਇੱਦਾਂ ਹੁੰਦਾ ਕਿ ਜਦੋਂ ਕੋਈ ਹਾਰ ਜਾਂਦਾ ਤੇ ਉਹ ਦੂਸਰਿਆਂ 'ਤੇ ਬਲੇਮ ਕਰਦਾ, ਔਰ ਜਦੋਂ ਜਿੱਤ ਜਾਂਦਾ ਹੈ ਤੇ ਉਹ ਫਿਰ ਕਹਿੰਦਾ ਕਿ ਮੈਂ ਕੀਤਾ, ਮੇਰੇ ਸਾਰੇ ਕੰਮਾਂ ਕਰਕੇ ਲੋਕਾਂ ਨੇ ਮੈਨੂੰ ਜਿਤਾਤਾ। ਇਹ ਬਦਲਣਾ ਚਾਹੀਦਾ ਆਪਣੇ ਆਪ ਨੂੰ, ਆਪਣੀਆਂ ਕਮੀਆਂ ਨੂੰ ਠੀਕ ਕਰਨਾ ਚਾਹੀਦਾ, ਦੂਜੇ 'ਤੇ ਬਲੇਮ ਨਹੀਂ ਲਾਉਣਾ ਚਾਹੀਦਾ। ਜਿਤਾਤਾ ਲੋਕਾਂ ਨੇ, ਜਿਤਾਤਾ, ਹਰਾਤਾ ਤੇ ਫਿਰ ਲੋਕਾਂ ਨੇ ਹਰਾਤਾ। ਹਾਂ, ਇਹ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਜਿਸ ਲੀਡਰ ਦੇ ਕੋਲ, ਜਿਸ ਸੰਗਠਨ ਦੇ ਸਭ ਤੋਂ ਵੱਡੀ, ਜਿਹਦੇ ਕੋਲ ਜਿੰਨੀ ਵੱਡੀ ਪੋਸਟ ਹੈ, ਉਹਦੀ ਓਡੀ ਵੱਡੀ ਜ਼ਿੰਮੇਵਾਰੀ ਆ ਆਪਣੇ ਕਾਰਜਕਰਤਾਵਾਂ ਨੂੰ, ਆਪਣੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ। ਜਿੰਨਾ ਛੋਟਾ ਕਾਰਜਕਰਤਾ ਉਹਦੀ ਓਨੀ ਡਿਊਟੀ ਘੱਟ ਜਾਂਦੀ ਹੈ। ਫਿਰ ਗੁੱਠਬਾਜੀ ਕਿਉਂ?
ਕਿਉਂ ਫਿਰ ਪਿਛਲੇ 4.5 ਸਾਲ 'ਚ ਅਨਿਲ ਜੋਸ਼ੀ ਨੂੰ ਕੋਈ ਵਧੀਆ ਵੱਡਾ ਪਦ ਕਿਉਂ ਨਹੀਂ ਦਿੱਤਾ ਗਿਆ ਭਾਰਤੀ ਜਨਤਾ ਪਾਰਟੀ 'ਚ? ਬੜੀ ਮੈਨੂੰ ਲੱਗਦਾ ਹੈ ਕਿ ਜਿਹੜੀ ਇਹ ਪੋਸਟਾਂ ਦੀ ਲੜਾਈ ਦੇ ਵਿੱਚ ਪੈ ਜਾਂਦਾ ਨਾ। ਦੇਖੋ ਜਦ ਇੱਕ ਬੰਦਾ ਕੈਬਨਿਟ ਮੰਤਰੀ ਸੀ, ਪੂਰੇ ਪੰਜਾਬ ਨੂੰ ਰੀਪ੍ਰੈਜ਼ੈਂਟ ਕਰਦਾ ਪਿਆ ਸੀ, ਫਿਰ ਆਪਾਂ ਉਹਨੂੰ ਇੱਕਦਮ ਪਿੱਛੇ ਕਿਉਂ ਲੈ? ਲੱਗਦਾ ਨਹੀਂ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਗੁੱਠਬੰਦੀ ਚਰਨ ਸੀਮਾ ਤੇ ਹੈ? ਨਹੀਂ ਇਸ ਤਰ੍ਹਾਂ ਨਹੀਂ ਹੈ। ਇਹ ਕੋਈ ਉਹ ਪਾਰਟੀ ਨਹੀਂ ਹੈਗੀ ਕਿ ਇੱਕੋ ਹੀ ਆਦਮੀ ਨੂੰ ਸਾਰੀਆਂ ਪੋਸਟਾਂ ਦੇਈ ਜਾਣੀਆਂ ਕਿ ਜੇ ਪ੍ਰਕਾਸ਼ ਸਿੰਘ ਬਾਦਲ ਜੀ ਹੈ ਤਾਂ ਉਸ ਤੋਂ ਬਾਅਦ ਸੁਖਬੀਰ ਬਾਦਲ ਜੀ ਆਣਗੇ, ਜੇ ਉਸ ਤੋਂ ਬਾਅਦ ਉਹਨਾਂ ਦਾ ਬੱਚਾ ਆਏਗਾ। ਸਾਡੀ ਪਾਰਟੀ ਦੇ ਵਿੱਚ ਹਰ ਕਾਰਜਕਰਤਾ ਜਿਹੜਾ ਉਹ ਜ਼ਮੀਨ ਦਾ ਜਿਹੜਾ ਵਾ ਉਹਦੀ ਵਾਰੀ ਆਉਂਦੀ ਆ। ਤੁਸੀਂ ਮੈਨੂੰ ਇੱਕ ਗੱਲ ਦੱਸੋ ਹਾਂ, ਅੱਜ ਸੁਰੇਸ਼ ਮਹਾਜਨ ਜੀ ਪ੍ਰਧਾਨ ਨੇ ਕਿਹਾ 5 ਸਾਲ ਪਹਿਲਾਂ ਵੀ ਸੁਰੇਸ਼ ਮਹਾਜਨ ਜੀ ਪ੍ਰਧਾਨ ਸੀ, ਉਸ ਤੋਂ ਪਹਿਲਾਂ ਰਜੇਸ਼ ਹਣੀ ਜੀ ਸੀ, ਉਸ ਤੋਂ ਪਹਿਲਾਂ ਆਨੰਦ ਸ਼ਰਮਾ ਜੀ ਸੀ। ਸਾਡੀ ਪਾਰਟੀ ਦੇ ਵਿੱਚ ਜ਼ਿੰਮੇਵਾਰੀਆਂ ਬਦਲਦੀਆਂ ਰਹਿੰਦੀਆਂ ਨੇ। ਇਸੇ ਤਰ੍ਹਾਂ ਅਸ਼ਵਨੀ ਸ਼ਰਮਾ ਜੀ ਸੀ, ਉਸ ਤੋਂ ਪਹਿਲਾਂ ਸ਼ਵੇਤ ਮਲਕ ਜੀ, ਉਸ ਤੋਂ ਪਹਿਲਾਂ ਸਾਂਪਲਾ ਜੀ। ਸਾਡੀ ਪਾਰਟੀ ਕਿਸੇ ਇੱਕ ਆਦਮੀ ਦੀ ਬਪੋਤੀ ਨਹੀਂ ਹੈਗੀ ਕਿ ਉਹਨੂੰ ਜੇ ਬਣਾਤਾ ਤੇ ਹੁਣ ਸਾਰੀ ਉਮਰ ਉਹੋ ਹੀ ਪਾਰਟੀ ਨੂੰ ਲੈ ਕੇ ਚੱਲੇਗਾ। ਸਾਡੀ ਪਾਰਟੀ ਦੇ ਵਿੱਚ ਕਾਰਜਕਰਤਾ ਜਿਹੜਾ ਵਾ ਉਹੋ ਹੀ ਜਿਹੜਾ ਵਾ ਉਹ ਨੰਬਰ 1 ਤੇ ਆ। ਪੋਸਟਾਂ ਬਦਲਦੀਆਂ ਰਹਿੰਦੀਆਂ ਨੇ। ਤੁਸੀਂ ਕਿਹਾ ਕਾਰਜਕਰਤਾ ਨੰਬਰ 1 ਤੇ ਆ, ਪਰ ਉਹ ਇੱਕ ਆਰੋਪ ਲਗਾਤਾਰ ਵੀਡੀਓ ਚੱਲ ਰਹੀਆਂ। ਆਰੋਪ ਇੱਕ ਹੋਰ ਸੀ ਕਿ ਸ਼ਵੇਤ ਮਲਿਕ ਅੰਮ੍ਰਿਤਸਰ ਸ਼ਹਿਰ ਦੇ ਮੇਅਰ ਹੁੰਦੇ ਹੋਇਆਂ ਕੌਂਸਲਰ ਦੀ ਇਲੈਕਸ਼ਨ, ਜਾਣੀ ਕਿ ਜਿਸ ਸਭਾ ਦੇ ਉਹ ਰਾਜੇ ਸੀ, ਉਹ ਆਪ ਉਹ ਸਭਾ ਨੂੰ ਹਾਰ ਗਏ। ਅੰਮ੍ਰਿਤਸਰ ਦੇ ਮੇਅਰ ਹੁੰਦਿਆਂ ਉਹ ਸਭਾ ਨੂੰ ਹਾਰੇ, ਉਹ ਇਲੈਕਸ਼ਨ ਹਾਰੇ, ਉਹਨਾਂ ਨੂੰ ਜਿਹੜਾ ਪੋਸਟ ਦੇ ਦਿੱਤੀ ਗਈ ਰਾਜ ਸਭਾ ਮੈਂਬਰ ਦੀ। ਜੇ ਗੱਲ ਕੀਤੀ ਜਾਏ, ਉਹਨਾਂ ਨੇ ਕਿਹਾ ਕਿ ਤਰੁਣ ਚੁੱਘ ਉਹਨਾਂ ਨੂੰ ਇੰਨੀ ਵੋਟ ਪਈ, ਅੱਜ ਮਹਾ ਮੰਤਰੀ ਬਣਾ ਦਿੱਤਾ ਗਿਆ। ਗੱਲ ਸੁਰੇਸ਼ ਮਹਾਜਨ ਜੀ ਦੀ, ਉਹ ਲਗਾਤਾਰ ਜਿਹੜੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸੀ, ਉਸ ਤੋਂ ਬਾਅਦ ਕੌਂਸਲਰ ਦਾ ਇਲੈਕਸ਼ਨ ਹਾਰ ਗਏ। ਉਸ ਤੋਂ ਬਾਅਦ ਤੁਹਾਡੇ ਤੇ ਦੋਸ਼ ਲੱਗਾ ਕਿ ਤੁਹਾਨੂੰ ਤੇ ਪੱਪੂ ਮਹਾਜਨ ਨੂੰ ਟਿਕਟਾਂ ਦਿੱਤੀਆਂ ਗਈਆਂ, ਤੁਸੀਂ ਖੁੱਲ੍ਹ ਕੇ ਵਿਰੋਧ ਕੀਤਾ, ਤੁਸੀਂ ਟਿਕਟ ਲੈਣ ਤੋਂ ਇਨਕਾਰੀ ਕਰਤੀ ਕੌਂਸਲਰ ਦੇ ਇਲੈਕਸ਼ਨ ਵਾਰੀ। ਪਹਿਲਾਂ ਤਾਂ ਮੈਂ ਆਪਣੀ ਗੱਲ ਕਰ ਲਾਂ। 1.5 ਸਾਲ ਪਹਿਲਾਂ ਸਰਕਾਰ ਜਾਣ ਤੋਂ ਜਦੋਂ ਇਸੇ ਹੀ ਲੋਕਲ ਬੋਡੀ ਮੰਤਰੀ ਨੇ ਮੇਰੀ ਵਾਰਡ ਦੇ ਵਿੱਚ, ਮੇਰੀ ਵਾਈਫ ਕਾਉਂਸਲਰ ਸੀ, ਸਾਨੂੰ ਪੁੱਛੇ ਬਿਨਾ ਆਪਣੇ ਰਿਸ਼ਤੇਦਾਰਾਂ ਦੇ ਕਹਿਣ ਦੇ ਉੱਤੇ ਮਹੂਰਤ ਰੱਖਿਆ, ਜਿਹਦਾ ਅਸੀਂ ਵਿਰੋਧ ਕੀਤਾ। ਲੇਕਿਨ ਇਹਨਾਂ ਨੇ ਡਟ ਕੇ ਉੱਥੇ ਮਹੂਰਤ ਕੀਤਾ, ਜਿਹਦੇ ਵਿੱਚ ਕਿ ਪਾਰਟੀ ਨੇ ਸਪੈਸ਼ਲੀ ਇਹ ਕਿਹਾ ਕਿ ਨਾ ਮੇਅਰ ਆ ਰਿਹਾ ਹੈ, ਨਾ ਜ਼ਿਲ੍ਹੇ ਦਾ ਪ੍ਰਧਾਨ ਆ ਰਿਹਾ ਹੈ, ਨਾ ਉੱਥੋਂ ਦਾ ਕਾਉਂਸਲਰ ਹੈ, ਤੁਹਾਨੂੰ ਇਹ ਮਹੂਰਤ ਨਹੀਂ ਕਰਨਾ ਚਾਹੀਦਾ। ਲੇਕਿਨ ਇਹਨਾਂ ਨੇ ਕੀਤਾ। ਚਲੋ ਅਸੀਂ ਵੀ ਡਟ ਕੇ ਖੜੇ, ਅਸੀਂ ਵਿਰੋਧ ਕੀਤਾ। ਲੇਕਿਨ 1.5 ਸਾਲ ਇਹਦੇ ਰਿਸ਼ਤੇਦਾਰਾਂ ਨੇ ਉੱਥੇ ਮਹੂਰਤ ਕੀਤੇ। ਸੁਣੋ, 2-2.5 ਕਰੋੜ ਰੁਪਏ ਦੇ। ਸੁਣੋ, ਉਸ ਵਿਰੋਧ ਦਾ ਕੋਈ ਫਾਇਦਾ ਹੋਇਆ? ਨਹੀਂ, ਵੇਖੋ ਸਰਕਾਰਾਂ ਆਪਣਾ ਪਾਰਟੀਆਂ ਦੇ ਵਿੱਚ ਲੜਾਈਆਂ ਦਾ ਕਦੀ ਫਾਇਦਾ ਨਹੀਂ ਹੁੰਦਾ। ਮੈਂ ਖੁਦ ਇਹ ਗੱਲ ਨੂੰ ਮੰਨਦਾ ਕਿ ਜੇ ਵੱਡੀਆਂ ਪੋਸਟਾਂ 'ਤੇ ਬੈਠੇ ਹੋਏ ਲੋਕ ਥੋੜ੍ਹੇ ਸਿੰਸੀਅਰ ਹੁੰਦੇ ਤੇ ਫਿਰ ਪਾਰਟੀ ਨੂੰ ਨਾਲ ਲੈ ਕੇ ਚੱਲਦੇ, ਸਾਰੇ ਕਾਰਜਕਰਤਾਵਾਂ ਨੂੰ ਨਾਲ ਲੈ ਕੇ ਚੱਲਦੇ। ਅੱਜ ਪਾਰਟੀ ਨੂੰ ਦੁਬਾਰਾ ਤੋਂ ਖੜੇ ਹੋਣ ਵਾਸਤੇ ਇੰਨਾ ਸਮਾਂ ਨਾ ਲੱਗਦਾ। ਮੈਂ ਤੁਹਾਨੂੰ ਉਹ ਰਵੀ ਜੀ ਗੱਲ ਦੱਸ ਦਿਆਂ, 2.5 ਕਰੋੜ ਤੋਂ ਲੈ ਕੇ 3 ਕਰੋੜ ਦੇ ਕੰਮ ਇਹਨਾਂ ਮੇਰੀ ਵਾਰਡ 'ਚ ਕਰਾਏ। ਜਿਹੜੇ ਰਿਸ਼ਤੇਦਾਰ ਨੇ ਇਹਨਾਂ ਦੇ ਨੇ ਕਰਾਏ, ਵਿੱਕੀ ਯਾਰੀ ਨੇ, ਉਹ ਦੱਸੇ ਉਹਨੇ ਕਿਉਂ ਨਹੀਂ ਇਲੈਕਸ਼ਨ ਲੜੀ। ਮੈਂ ਤਾਂ ਉਸੇ ਦਿਨ ਹੀ ਕਹਿ ਦਿੱਤਾ ਸੀ ਅਨਿਲ ਜੋਸ਼ੀ ਨੂੰ ਸੜਕ ਦੇ ਉੱਤੇ ਖਲੋ ਕੇ ਮਾਈਕ ਤੇ ਤੁਹਾਡੇ ਵਾਂਗੂ ਇਸ ਤਰ੍ਹਾਂ ਹੀ ਸਾਹਮਣੇ ਪੱਤਰਕਾਰਾਂ 'ਚ ਕਿ ਅੱਜ ਤੋਂ ਬਾਅਦ ਇਹ ਵਾਰਡ ਛੱਡੀ, ਇਲੈਕਸ਼ਨ ਲੜਾਂਗਾ ਨਾਰਥ ਹਲਕੇ ਤੋਂ। ਔਰ ਮੈਂ ਤਿਆਰੀ ਕੀਤੀ ਡਟ ਕੇ। ਠੀਕ ਹੈ, ਪਾਰਟੀ ਜੋ ਪਾਰਟੀ ਨੇ ਨਹੀਂ ਦਿੱਤੀ, ਮੈਂ ਪਿਛਲੇ ਇਹ ਕਹਿੰਦੇ ਪਏ ਪਿਛਲੇ 4.5 ਸਾਲਾਂ 'ਚ ਉੱਥੇ ਟਿਕਟ ਮਿਲਣ ਤੋਂ ਲੈ ਕੇ ਅੱਜ ਤੱਕ ਕਦੀ ਸੋਸ਼ਲ ਮੀਡੀਆ, ਕਦੀ ਮੀਡੀਆ ਦੇ ਉੱਤੇ, ਕਦੀ ਮੈਂ ਪਬਲਿਕਲੀ, ਕਦੀ ਪਾਰਟੀ ਪਲੇਟਫਾਰਮ ਦੇ ਉੱਤੇ, ਕਦੀ ਕਿਸੇ ਲੀਡਰ ਦਾ ਵੀ ਵਿਰੋਧ ਕਰਨ ਦੇ ਵਿੱਚ ਕਦੀ ਮੈਂ ਇੱਕ ਸ਼ਬਦ ਵੀ ਨਹੀਂ ਕਿਹਾ। ਜੋ ਪਾਰਟੀ ਕਰੇਗੀ ਸਿਰ ਮੱਥੇ ਆ। ਪਾਰਟੀ ਦੇ ਕਾਰਜਕਰਤਾ ਵਾਂ। ਪਾਰਟੀ ਝੰਡਾ ਫੜਾ ਕੇ ਛਾੜੇ ਚੌਂਕ ਦੇ ਵਿੱਚ ਕਿਸੇ ਚੌਂਕ 'ਚ ਖੜਾ ਕਰਕੇ ਕਹੇਗੀ ਤੁਹਾਡੀ ਡਿਊਟੀ ਇਹੋ ਹੀ ਆ ਵੀ ਸਿਰਫ ਝੰਡਾ ਫੜ ਕੇ ਖੜੇ ਹੋਣਾ, ਤੇ ਉਹ ਮੇਰੀ ਮਾਂ ਪਾਰਟੀ, ਮੇਰੇ ਪਾਰਟੀ ਦੇ ਜਿਹੜਾ ਜ਼ਿਲ੍ਹਾ ਪ੍ਰਧਾਨ ਆ, ਪੰਜਾਬ ਪ੍ਰਧਾਨ ਆ, ਉਹਦਾ ਜਿਹੜਾ ਕਿਹਾ ਸਿਰ ਮੱਥੇ ਤੇ ਆ। ਔਰ ਮੈਂ ਤੇ ਪਾਰਟੀ ਦੇ ਸਿਪਾਹੀ ਆ ਤੇ ਉਹੋ ਹੀ ਕੰਮ ਕਰਨਾ। ਮੈਂ ਦੂਸਰੇ ਸਵਾਲ ਦਾ ਜਵਾਬ ਲੈਣ ਤੋਂ ਪਹਿਲਾਂ ਇੱਕ ਸਵਾਲ ਛੋਟਾ ਜਿਹਾ ਕਰਨਾ ਚਾਹਾਂਗਾ। ਜੇ ਤੁਸੀਂ ਉਦੋਂ ਅਨਾਉਂਸ ਕਰਤਾ ਮੈਥੋਂ ਇਲੈਕਸ਼ਨ ਨਹੀਂ ਲੜਨੀ, ਤੁਸੀਂ ਕੈਂਡੀਡੇਟ MLA ਦੀ ਦਾਅਵੇਦਾਰੀ ਦੇ ਬਣੇ ਤੇ ਛਾੜੇ ਦੀ ਕਿਸੇ ਹੋਰ ਵਾਰਡ ਤੋਂ ਇਲੈਕਸ਼ਨ ਲੜ ਲੈਂਦੇ, ਲੱਗਦਾ ਨਹੀਂ ਕਿ ਭਾਰਤੀ ਜਨਤਾ ਪਾਰਟੀ ਜਦੋਂ ਹਾਸ਼ੀਏ ਤੇ ਤੁਹਾਨੂੰ ਇਲੈਕਸ਼ਨ ਲੜਨੀ ਚਾਹੀਦੀ ਸੀ? ਦੇਖੋ, ਜਿੱਥੋਂ ਤਿਆਰੀ ਕਰ ਲਈ ਨਾ ਸ਼ੁਰੂ, ਫਿਰ ਉਹ ਵਾਪਸ ਆ ਕੇ ਹਰ ਵਾਰਡ ਦੇ ਵਿੱਚ ਕਾਰਜਕਰਤਾ ਹੁੰਦੇ ਨੇ। ਹੁਣ ਮੈਂ ਦੂਜੀ ਵਾਰਡ ਜਾਏਗਾ ਵਾ, ਮੈਂ ਇਸ ਕਾਰਜਕਰਤਾ ਨੂੰ ਕਹਿਣਾ MLA ਦੇ ਕੈਂਡੀਡੇਟ ਸੀ। ਮੈਂ ਬਿਲਕੁਲ, ਮੈਂ ਉੱਥੇ ਦੇਖੋ ਇਹ ਪਾਰਟੀ ਦਾ ਫੈਸਲਾ। ਫਿਰ ਨੌਰਥ ਵਿੱਚ ਪੱਪੂ ਮਹਾਜਨ ਦੀ ਵਾਰਡ 'ਚ ਲੜ ਲੈਂਦੇ ਜੇ ਉਹਨਾਂ ਨੇ ਛੱਡੀ। ਮੈਨੂੰ ਉਸ ਵੇਲੇ ਮੇਰੇ ਕੋਲ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੀ। ਮੈਨੂੰ ਪਾਰਟੀ ਵੱਲੋਂ ਇਹ ਆਦੇਸ਼ ਸੀ, ਜਿਹੜੀ ਇਹ ਖਬਰ ਲਵਾਈ ਨਾ, ਮੈਂ ਤੁਹਾਨੂੰ 2 ਖਬਰਾਂ ਦੱਸ ਦਿੰਦਾ। ਇੱਕ ਤਾਂ ਇਹਨਾਂ ਨੇ ਇਹ ਲਵਾਈ ਸੀ ਕਿ ਇਹਨਾਂ 4 ਬੰਦਿਆਂ ਨੂੰ ਜਿਹੜਾ ਪਾਰਟੀ ਵੱਲੋਂ ਕੋਈ ਅਹੁਦਾ ਨਹੀਂ ਮਿਲਣਾ, 10 ਸਾਲ ਵਾਸਤੇ। ਝੂਠੀ ਖਬਰ ਸੀ, ਜਿਹੜੀ ਆ ਉਹ ਆਪੇ ਹੀ ਬਣਾ ਕੇ ਲਵਾਈ ਗਈ। ਉਹ ਤੁਸੀਂ ਦੱਸੋ ਕਿਸੇ ਜ਼ਿਲ੍ਹਾ ਪ੍ਰਧਾਨ ਵੱਲੋਂ ਆ, ਕਿਸੇ ਪੰਜਾਬ ਪ੍ਰਧਾਨ ਵੱਲੋਂ ਮੈਨੂੰ ਖਬਰ ਪੜ੍ਹ ਕੇ ਸੁਣਾ ਦਿਓ
ਕਿਸੇ ਵੱਲੋਂ ਨਹੀਂ ਆ। ਉਹ ਕੀ ਆ, ਸੂਤਰਾਂ ਤੋਂ ਪਤਾ ਲੱਗਾ। ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਉਹ ਖਬਰ ਤੇ ਪੁਰਾਣੀ ਹੈ। ਨਹੀਂ ਜੀ, ਮੈਂ ਅਗਲੇ ਦਿਨ ਹੀ ਆਪਣਾ ਬਿਆਨ ਅਖਬਾਰਾਂ ਦੇ ਵਿੱਚ ਦਿੱਤਾ ਸੀ। ਮੈਂ ਤੁਹਾਨੂੰ ਕਟਿੰਗ ਦੇ ਦਿੰਦਾ, ਜਿਹਦੇ 'ਚ ਮੈਂ ਡਟ ਕੇ ਗਿਆ ਸੀ ਕਿ ਮੈਨੂੰ ਪਾਰਟੀ ਵੱਲੋਂ ਲੜਾਉਣ ਦਾ ਫੈਸਲਾ, ਨਾ ਲੜਾਉਣ ਦਾ ਫੈਸਲਾ ਪਾਰਟੀ ਦਾ ਵਾ। ਔਰ ਮੇਰੀ ਪਾਰਟੀ ਨੇ ਜਿਹੜੀਆਂ ਵਾਰਡਾਂ ਦੇ ਵਿੱਚ, ਬਖਸ਼ੀ ਰਾਮ ਅਰੋੜਾ ਜੀ ਦੀ ਵਾਰਡ ਦੇ ਵਿੱਚ ਔਰ ਚੰਦਰ ਸ਼ੇਖਰ ਦੀ ਵਾਰਡ 'ਚ 2-3 ਵਾਰਡਾਂ ਦੇ ਵਿੱਚ ਜਿੱਥੇ ਡਿਊਟੀ ਲਗਾਈ ਆ, ਮੈਂ ਉੱਥੇ ਕੰਮ ਕਰਾਂਗਾ ਜਾ ਕੇ। ਪਰ ਨਾਰਥ ਵਿੱਚ ਪੱਪੂ ਵਾਲੀ ਸੀਟ ਤੇ ਵੀ ਲੜ ਸਕਦੇ ਸੀ। ਫਿਰ ਮੈਂ ਤੁਹਾਨੂੰ ਪਹਿਲਾਂ ਬਖਸ਼ੀ ਰਾਮ ਅਰੋੜਾ, ਮੇਰੀ ਬੇਨਤੀ ਸੁਣੋ, ਜ਼ਰੂਰੀ ਨਹੀਂ ਮੈਂ ਲੜਾਂ, ਮੈਂ ਹੁਣ ਵੀ ਪਰ ਤੁਸੀਂ ਕਾਰਜਕਰਤਾ ਨਾ, ਮੇਰੀ ਗੱਲ ਸੁਣੋ। ਸਾਰੇ ਮੈਂ ਮੰਨ ਲਿੱਤਾ ਤੁਸੀਂ ਨਹੀਂ ਲੜੇ, ਪਰ ਜਿਹੜਾ ਦੂਜਾ ਆਰੋਪ ਲੱਗ ਰਿਹਾ ਕਿ ਹਾਰੇ ਹੋਏ ਬੰਦਿਆਂ ਨੂੰ ਹਮੇਸ਼ਾ ਪੋਸਟਾਂ ਮਿਲਦੀਆਂ। ਜਿੰਨਾ ਹੁਣ ਫਿਰ ਤੁਸੀਂ ਆਪੇ ਸਵਾਲ ਕਰਦੇ ਪਏ ਵੀ ਅਨਿਲ ਜੋਸ਼ੀ ਨੂੰ ਕਿਉਂ ਨਹੀਂ ਦਿੱਤੀ, ਜੇ ਉਹਨਾਂ ਨੂੰ ਵੀ ਦੇ ਦਿੰਦੇ ਫਿਰ ਤੁਸੀਂ ਕਹਿਣਾ ਸੀ ਸਾਰੇ ਹਾਰੇ ਹੋਇਆਂ ਨੂੰ ਦੇਈ ਜਾਂਦੇ। ਉਹਨਾਂ ਨੇ ਆਰੋਪ ਲਾਏ ਨੇ ਵੀਡੀਓ ਦੇ ਵਿੱਚ ਕਿ ਸ਼ਵੇਤ ਮਲਿਕ ਕੌਂਸਲਰ ਦੀ ਇਲੈਕਸ਼ਨ ਹਾਰ ਚੁੱਕੇ ਸੀ ਤੇ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ। ਤਰੁਣ ਜੋਗ ਜੀ 2 ਵਾਰ ਇਲੈਕਸ਼ਨ ਹਾਰ ਚੁੱਕੇ ਨੇ ਤੇ ਉਹਨਾਂ ਨੂੰ ਮਹਾ ਮੰਤਰੀ ਬਣਾ ਕੇ ਭੇਜਿਆ ਗਿਆ। ਜੇ ਸੁਰੇਸ਼ ਮਹਾਜਨ ਜੀ ਦੇ ਉਹ ਜਿਹੜੇ ਨੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸੀ, ਕੌਂਸਲਰ ਦੇ ਇਲੈਕਸ਼ਨ ਹਾਰੇ ਨੇ। ਇਸ ਤਰ੍ਹਾਂ ਉਹਨਾਂ ਨੇ ਬੜੀ ਵੱਡੀ ਲਿਸਟ ਤੇ ਬੜੇ ਲੋਕਾਂ ਦੇ ਉੱਤੇ ਸਵਾਲ ਪ੍ਰਤੀਰੋਪ ਕੀਤੇ। ਪਰ ਮੇਰਾ ਲਾਸਟ ਜਾਂਦੇ ਜਾਂਦੇ ਇਹੀ ਤੁਹਾਨੂੰ ਸਵਾਲ ਹੈ, ਕਿਆ ਇਹਨਾਂ ਸਵਾਲਾਂ 'ਚ ਕਿੰਨੀ ਸੱਚਾਈ ਹੈ? ਹਰ ਬੰਦਾ ਆਪਣੇ ਹਿਸਾਬ ਨਾਲ ਬਣਾਈ ਜਾਂਦਾ ਜੀ। ਦੇਖੋ, ਪਾਰਟੀ 'ਚ ਕੰਮ ਕਰਨਾ, ਸੰਗਠਨ 'ਚ ਕੰਮ ਕਰਨਾ ਔਰ ਇਲੈਕਸ਼ਨ ਲੜਨਾ, ਇਹ 2 ਅਲੱਗ-ਅਲੱਗ ਚੀਜ਼ਾਂ ਨੇ। ਪਾਰਟੀ ਦੇ ਵਿੱਚ ਜਿਹੜੇ ਲੋਕ ਆਪਣੀ ਉਮਰ ਲਗਾ ਚੁੱਕੇ ਨੇ, ਕੰਮ ਕਰਦੇ ਨੇ, ਜਿਨ੍ਹਾਂ ਨੂੰ ਸੰਗਠਨ ਦੀ ਸਮਝ ਆ, ਜਿਹੜੇ ਸੰਗਠਨ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਸਕਦੇ ਨੇ, ਉਹ ਪਾਰਟੀ ਦੇ ਫੈਸਲੇ ਨੇ। ਮੈਂ ਇਹਦੇ 'ਤੇ ਵੀ ਕਹੂੰਗਾ, ਇੱਕ ਮੇਰੇ ਵੀਰ ਨੇ ਕਿਹਾ ਜੀ ਪਾਰਟੀ ਦੇ ਅਧਿਕਾਰੀਆਂ ਦੇ ਆਸੇ-ਪਾਸੇ ਘੁੰਮਦੇ ਰਹਿੰਦੇ ਨੇ, ਮੈਂ ਉਹਨੂੰ ਵੀ ਕਹਾਂਗਾ, ਮੈਂ ਪਿਛਲੇ 23 ਸਾਲ ਤੋਂ ਕਾਰਜਕਰਤਾ ਵਾਂ ਔਰ ਮੈਂ ਲਗਾਤਾਰ ਪਾਰਟੀ ਦੇ ਵਿੱਚ ਕਿਸੇ ਨਾ ਕਿਸੇ ਅਹੁਦੇ 'ਤੇ ਹਾਂ। ਮੈਂ ਸੰਘ ਕਰ ਲਿਆ ਉੱਥੋਂ, ਸੰਗਠਨ ਆਪਣਾ ਸ਼ਾਖਾ ਤੋਂ, ਗਟਨਾਇਕ ਤੋਂ ਸ਼ੁਰੂ ਹੋਇਆ ਔਰ ਅੱਜ ਮੈਂ ਜ਼ਿਲ੍ਹੇ ਦਾ, ਅੰਮ੍ਰਿਤਸਰ ਦਾ ਬੀਜੇਪੀ ਦਾ ਵਾਈਸ ਪ੍ਰਧਾਨ ਆ। ਉਹਦੇ ਵਿੱਚ ਮੈਂ ਜ਼ਿਲ੍ਹਾ ਪ੍ਰਧਾਨ ਵੀ ਰਿਹਾ, ਉਹਦੇ 'ਚ ਮੈਂ ਮੰਡਲ ਦਾ ਜਨਰਲ ਸੈਕਟਰੀ ਵੀ ਰਿਹਾ। ਪਾਰਟੀ ਜਦੋਂ ਜਿਹੜੀ ਡਿਊਟੀ ਦੇ ਦੇਗੀ ਮਨਜ਼ੂਰ ਆ। ਇਹ ਨਹੀਂ ਹੈਗਾ ਕਿ ਮੇਰੀ ਮਰਜ਼ੀ ਦੇ ਹਿਸਾਬ ਨਾਲ ਚੱਲ ਜਾਵੇ ਤੇ ਫਿਰ ਠੀਕ ਹੈ ਪਾਰਟੀ। ਜਿੱਦਣ ਮੇਰੇ ਹਿਸਾਬ ਨਾਲ ਨਹੀਂ ਚੱਲੂਗੀ ਪਾਰਟੀ, ਉਸ ਦਿਨ ਪਾਰਟੀ ਦੇ ਵਿੱਚ ਅਸੀਂ ਬਗਾਵਤ ਕਰ ਦਿਆਂਗੇ, ਉਸ ਦਿਨ ਪਾਰਟੀ ਨੂੰ ਬੁਰਾ ਭਲਾ ਕਹਿਣ ਲੱਗ ਪਾਂਗੇ। ਫਿਰ ਤੇ ਪਾਰਟੀਆਂ ਕਦੀ ਨਹੀਂ ਚੱਲ ਸਕਦੀਆਂ। ਪਾਰਟੀ ਦੇ ਜਿਹੜੇ ਉੱਪਰ ਲੋਕ ਬੈਠੇ ਨੇ, ਅਧਿਕਾਰੀ ਬੈਠੇ ਨੇ, ਉਹ ਸਾਡੇ ਨੂੰ ਬਹੁਤ ਜ਼ਿਆਦਾ ਤਪੱਸਿਆ ਕਰਕੇ ਆਏ ਹੋਏ ਲੋਕ ਨੇ। ਉਹਨਾਂ ਦੇ ਉੱਤੇ ਵੀ ਉਂਗਲ ਚੁੱਕਦੇ ਨਹੀਂ। ਆਪਣੀਆਂ ਛੋਟੀਆਂ-ਛੋਟੀਆਂ ਲੜਾਈਆਂ 'ਚ ਮੈਂ ਸਮਝਦਾ ਕਿ ਇਹ ਬੜੀ ਨਾਸਮਝੀ ਦੀ ਔਰ ਜਿਹਨੂੰ ਕਹੋ ਕਿ ਆਪਣੀ ਬੜੀ ਸਵਾਰਥ ਦੀ ਰਾਜਨੀਤੀ ਕਰਨ ਵਾਲੇ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਪਏ ਨੇ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ। ਪਰ ਭਾਰਤੀ ਜਨਤਾ ਪਾਰਟੀ ਨੂੰ ਤਾਂ ਘਾਟਾ ਪੈ ਰਿਹਾ ਨਾ ਅੱਜ। ਜੋ ਹਾਲਾਤ, ਤੁਸੀਂ ਕਿਸੇ ਹੋਰ ਪਾਰਟੀ ਨਾਲ ਕੀ ਲੜਨਾ, ਤੁਹਾਡੀ ਤਾਂ ਆਪਣੀ ਪਾਰਟੀ 'ਚ ਕਲੇਅ ਪੈ ਗਈ ਹੈ। ਮੈਂ ਸਮਝਦਾ ਕਿ ਇਹ 2-4 ਲੋਕ ਹੀ ਨੇ ਛੁੱਟ-ਪੁੱਟ, ਜਿਹੜੇ ਕਿਸੇ ਪਰਸਨਲ ਬੰਦੇ ਦੇ ਨਾਲ ਜੁੜੇ ਹੋਏ ਨੇ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਕੋਈ 38 ਕਾਉਂਸਲਰ ਲੜੇ ਨੇ, ਪਿਛਲੀ ਵਾਰੀ ਰਹੇ ਨੇ, ਇੰਨੇ ਜ਼ਿਲ੍ਹਾ ਪ੍ਰਧਾਨ ਰਹੇ ਨੇ, ਇੰਨੇ MLA ਦੇ ਕੈਂਡੀਡੇਟ ਰਹੇ ਨੇ, ਕਿਹੜਾ ਬੋਲਦਾ ਪਿਆ? ਕਿਸੇ ਨੇ ਗੱਲ ਕੀਤੀ ਹੋਵੇ? ਸਭ ਪਾਰਟੀ ਦੇ ਪ੍ਰਧਾਨ, ਪੰਜਾਬ ਪ੍ਰਧਾਨ ਜੀ ਜਿਸ ਦਿਨ ਆਏ ਆ, ਸਾਰੀ ਟੀਮ ਇਕੱਠੀ ਸੀ, ਸਭ ਨੇ ਇੱਕ ਮਤ ਹੋ ਕੇ ਕਿਹਾ ਜੇ 60 ਲੋਕ ਉੱਥੇ ਪਾਰਟੀ ਦੀ ਮੀਟਿੰਗ 'ਚ ਬੈਠੇ ਸੀ, ਜੇ 2 ਨੇ ਹੱਥ ਖੜਾ ਨਹੀਂ ਵੀ ਕੀਤਾ ਕਿਸੇ ਗੱਲ ਵਾਸਤੇ, ਤੇ ਉਹ ਕਿਸੇ ਗਿਣਤੀ ਥੋੜ੍ਹਾ ਆਉਂਦੇ ਨੇ। ਉਹ 58 ਲੋਕਾਂ ਨੇ ਜੋ ਕਿਹਾ ਵਾ, ਉਹੀ ਪਾਰਟੀ ਜਿਹੜੀ ਆ, ਉਹੀ ਸਰਪ੍ਰੀ ਹੈ, ਉਹੀ ਸਭ ਫੈਸਲਾ। ਔਰ ਪਾਰਟੀ ਦੇ ਫੈਸਲੇ ਨੂੰ ਮੰਨਣ ਵਾਲੇ ਜਿਹੜੇ ਆ ਉਹ 99% ਨੇ। 1% 2% ਹਰ ਪਾਰਟੀ 'ਚ ਹੁੰਦੇ ਆ ਜਿਹੜੇ ਕਦੀ ਉਹਨਾਂ ਨੇ ਸਹੁੰ ਖਾਧੀ, ਕਦੀ ਕਿਸੇ ਪਾਰਟੀ ਦੇ ਫੈਸਲੇ ਨੂੰ ਨਹੀਂ ਮੰਨਣਾ। ਪਰ ਆਪਾਂ ਕਿਸਾਨਾਂ ਨੂੰ ਸਮਝਾ ਪਾਵਾਂਗੇ? ਬਿਲਕੁਲ ਸਮਝਾ ਪਾਵਾਂਗੇ। ਔਰ ਇਸ ਆਸ ਦੇ ਨਾਲ ਹੀ ਜਿਹੜਾ ਵਾ ਮੈਂ ਤੁਹਾਨੂੰ ਕਹਾਂਗਾ ਕਿ ਜਲਦੀ ਹੀ, ਕਿਉਂਕਿ ਭਾਰਤੀ ਜਨਤਾ ਪਾਰਟੀ ਔਰ ਸਰਕਾਰ ਜਿਹੜੀ ਆ ਹਿੰਦੁਸਤਾਨ ਦੀ, ਉਹਦਾ ਪੂਰਾ ਮਨ ਹੈ ਕਿ ਇਹ ਜਲਦੀ ਤੋਂ ਜਲਦੀ ਨਿਬੜਨਾ ਚਾਹੀਦਾ। ਤਾਂ ਹੀ ਕੱਲ੍ਹ ਸਾਡੇ ਤੋਮਰ ਜੀ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਤੁਸੀਂ ਆਓ, ਅਸੀਂ ਬੈਠੀਏ ਔਰ ਬੈਠ ਕੇ ਮਸਲੇ ਦਾ ਹੱਲ ਕਰੀਏ। 26 ਜਨਵਰੀ ਤੋਂ ਪਹਿਲਾਂ ਵੀ ਅਪੀਲਾਂ ਕੀਤੀਆਂ ਗਈਆਂ ਸੀ ਸ਼ੈਲਾ ਜੀ, ਤੁਸੀਂ ਕਹਿੰਦੇ ਸਮਝਾ ਪਾਵਾਂਗੇ। ਕਿਸ ਤਰ੍ਹਾਂ ਸਮਝਾ ਪਾਵਾਂਗੇ? ਕੋਈ ਰੂਪ ਰੇਖਾ ਦੇਗੀ? ਅੰਮ੍ਰਿਤਸਰ ਦੀ ਗੱਲ ਕਰੀਏ, ਤੁਹਾਡੇ ਨਾਲ ਸਾਰਿਆਂ ਨਾਲ ਵੱਡੇ ਜਿਹੜੇ ਲੀਡਰ ਹੈ, ਰਾਜ ਸਭਾ ਮੈਂਬਰ ਸ਼ਵੇਤ ਮਲਿਕ ਜੀ ਹੈ, ਉਹਨਾਂ ਦੇ ਘਰ ਦੇ ਬਾਹਰ ਧਰਨਾ ਲੱਗਾ। ਅੱਜ ਕਿੰਨੇ ਦਿਨ ਹੋ ਗਏ ਨੇ? ਉੱਥੇ ਤੇ ਜਾ ਕੇ ਤੁਸੀਂ ਸਮਝਾ ਨਹੀਂ ਪਾਏ, ਤੇ ਉੱਥੇ ਦਿੱਲੀ ਜਾ ਕੇ ਕਿਸ ਤਰ੍ਹਾਂ ਉਹਨਾਂ ਨੂੰ ਸਮਝਾ ਪਾਉਣਗੇ ਤੁਹਾਡੇ ਪੰਜਾਬ ਦੇ ਕਾਰਜਕਰਤਾ? ਦੇਖੋ, ਮੈਨੂੰ ਲੱਗਦਾ ਕਿ ਆਪਾਂ ਨਾ ਸਾਰਾ ਫੋਕਸ ਹੀ ਇੱਕੋ ਚੀਜ਼ 'ਤੇ ਲਾ ਦਿੱਤਾ। ਸਾਨੂੰ ਦੁਕਾਨਦਾਰਾਂ ਦੀ ਵੀ ਕਦੀ ਗੱਲ ਕਰਨੀ ਚਾਹੀਦੀ ਆ, ਸਾਨੂੰ ਦਿਹਾੜੀਦਾਰਾਂ ਦੀ ਵੀ ਕਦੀ ਗੱਲ ਕਰਨੀ ਚਾਹੀਦੀ ਆ, ਸਾਨੂੰ ਹੋਟਲਾਂ 'ਤੇ ਛੋਟੇ-ਛੋਟੇ ਜਿਹੜੇ 5-5 10-10 ਹਜ਼ਾਰ 'ਤੇ ਕੰਮ ਕਰਨ ਵਾਲੇ ਸਰਵੈਂਟ ਆ, ਉਹਨਾਂ ਦੀ ਵੀ ਗੱਲ ਕਰਨੀ ਚਾਹੀਦੀ ਆ, ਸਾਨੂੰ ਦੁਕਾਨਦਾਰਾਂ ਦੀ ਵੀ ਗੱਲ ਕਰਨੀ ਚਾਹੀਦੀ ਆ, ਸਾਨੂੰ ਇੰਡਸਟਰੀ ਦੀ ਵੀ ਗੱਲ ਕਰਨੀ ਚਾਹੀਦੀ ਆ, ਸਾਨੂੰ
ਆਟੋ ਵਾਲਿਆਂ ਦੀ ਵੀ ਗੱਲ ਕਰਨੀ ਚਾਹੀਦੀ ਹੈ, ਮਿੰਨੀ ਬੱਸਾਂ ਵਾਲਿਆਂ ਦੀ ਵੀ ਗੱਲ ਕਰਨੀ ਚਾਹੀਦੀ ਆ, ਦੁਕਾਨਾਂ ਤੇ ਲੱਗੇ, ਮੌਲਾਂ ਤੇ ਲੱਗੇ ਹੋਏ ਜਿਹੜੇ ਵਰਕਰ ਨੇ ਉਹਨਾਂ ਦੀ ਵੀ ਗੱਲ, ਘਰਾਂ 'ਚ ਸਫਾਈਆਂ ਕਰਨ ਵਾਲੀਆਂ ਜਿਹੜੀਆਂ ਲੇਡੀਜ਼ ਨੇ, ਜਿਹੜੇ ਘਰਾਂ 'ਚ ਕੰਮ ਕਰਨ ਵਾਲੇ ਲੋਕ ਨੇ, ਉਹਨਾਂ ਦੀ ਵੀ ਗੱਲ ਕਰਨੀ ਚਾਹੀਦੀ ਆ। ਤਾਂ ਸਾਨੂੰ ਨਹੀਂ ਲੱਗਦਾ ਕਿ ਅਸੀਂ ਸਿਰਫ ਇੱਕੋ ਹੀ ਮੁੱਦੇ ਦੀ ਗੱਲ ਕਰੀ ਜਾ ਰਹੇ ਹਾਂ, ਬਾਕੀ ਵੀ ਮੁੱਦੇ ਨੇ ਪੰਜਾਬ ਦੇ ਵਿੱਚ, ਬਾਕੀ ਵੀ ਇੰਨੀ ਆਬਾਦੀ ਆ। ਸ਼ਹਿਰਾਂ ਦੇ ਵਿੱਚ 11 ਰੁਪਏ ਯੂਨਿਟ ਬੱਤੀ ਦਾ ਹੋ ਗਿਆ, ਹੁਣ ਤੁਸੀਂ 15 ਰੁਪਏ ਕਰਕੇ ਫਿਰ ਉਸ ਦਿਨ ਬੋਲਾਂਗੇ ਅਸੀਂ, ਜਿਸ ਦਿਨ ਇੰਡਸਟਰੀ ਵੇਖੋ, ਇਹਦਾ ਅੰਦੋਲਨ ਦਾ ਮੈਨੂੰ ਨਹੀਂ ਪਤਾ ਕੋਈ ਫਾਇਦਾ ਹੋਣਾ ਕਿ ਨਹੀਂ ਹੋਣਾ, ਉਹ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਸ਼ਹਿਰੀਆਂ ਨੂੰ, ਵਪਾਰੀਆਂ ਨੂੰ, ਸਾਡੇ ਜਿਹੜੇ ਮਿਡਲ ਕਲਾਸ ਲੋਕ ਨੇ, ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਅਸੀਂ ਸਾਰੀਆਂ ਕੰਪਨੀਆਂ ਦਾ ਬਾਈਕਾਟ ਕਰੀ ਜਾ ਰਹੇ ਹਾਂ, ਤੇ ਸਾਡੇ ਬੱਚੇ ਮੈਨੂੰ ਦੱਸੋ ਕਿੱਥੇ ਲੱਗਣਗੇ ਜਾ ਕੇ? ਕੇਵਲ ਰਿਲਾਇੰਸ ਦਾ ਹੀ ਬਾਈਕਾਟ ਕਾਰਪੋਰੇਟ ਘਰਾਣਿਆਂ ਦਾ ਕੀਤਾ ਜਾ ਰਿਹਾ। ਮੌਲ ਕਿਉਂ ਬੰਦ ਕਰਾਏ? ਮੌਲ ਵੀ ਬੰਦ ਕੀਤੇ ਰਹੇ ਜੀ। ਕੋਈ ਅੰਮ੍ਰਿਤਸਰ 'ਚ ਕੋਈ ਮੌਲ ਬੰਦ ਨਹੀਂ, ਮੌਲ ਦੇ ਉੱਤੇ ਧਰਨਾ ਲੱਗਾ ਰਿਹਾ, ਉਸ ਤੋਂ ਬਾਅਦ ਜਦੋਂ ਲੋਕਾਂ ਨੇ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਹੋਇਆ। ਸਿਰਫ ਉੱਥੇ ਰਿਲਾਇੰਸ ਦਾ ਜਿਹੜਾ ਸਟੋਰ ਹੈ ਉਹ ਬੰਦ ਹੈ। ਮੈਂ ਕਿਹਾ ਜੀ ਰਿਲਾਇੰਸ ਦਾ ਵੀ ਕਰ ਲਓ, ਆਖਰ ਰਿਲਾਇੰਸ ਤੋਂ ਵੀ ਤੇ ਕੋਈ 10-20 ਹਜ਼ਾਰ ਲੋਕ ਰੋਟੀ ਖਾ ਰਹੇ ਹੋਣਗੇ। ਚਲੋ ਮੈਂ ਤੁਹਾਡੀ ਗੱਲ ਮੰਨ ਲੈਣਾ, ਕਿਸਾਨੀ ਅੰਦੋਲਨ ਛੱਡ ਦਿੱਤਾ ਜਾਵੇ। ਕਿਆ ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਆਉਣ ਵਾਲੇ ਦਿਨਾਂ ਵਿੱਚ ਆਪਣੇ ਮੈਨੀਫੈਸਟੋ 'ਚ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਉਹਨਾਂ ਦੇ ਉੱਤੇ ਵਿਚਾਰ ਕਰ ਰਹੀ ਹੈ, ਕੁਝ ਲੈ ਕੇ ਆ ਰਹੀ ਹੈ, ਬਿਜਲੀ ਦੇ ਉੱਤੇ ਲੈ ਕੇ ਆ ਰਹੀ ਹੈ? ਬਿਲਕੁਲ ਲੈ ਕੇ ਆ ਰਹੇ ਹਾਂ ਜੀ। ਅਸੀਂ ਛੋਟੇ ਵਪਾਰੀ ਦੀ ਵੀ ਗੱਲ ਕਰਾਂਗੇ, ਅਸੀਂ ਇੰਡਸਟਰੀ ਦੀ ਵੀ ਗੱਲ ਕਰਾਂਗੇ, ਅਸੀਂ ਸਕੂਲਾਂ ਦੀ। ਦੇਖੋ ਸਕੂਲਾਂ ਦੇ ਉੱਤੇ ਇਹ ਸਰਕਾਰ ਨੇ ਛੋਟੇ ਸਕੂਲ ਖਤਮ ਕਰਵਾਤੇ ਆ, ਐਸੇ ਕਾਨੂੰਨ ਬਣਾਤੇ ਕਿ ਸਕੂਲਾਂ ਵਾਲੇ, ਮਤਲਬ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਬੈਠ ਕੇ, ਉੱਥੋਂ ਦਾ ਸਟਾਫ ਬੈਠ ਕੇ, ਪ੍ਰਾਈਵੇਟ ਸਕੂਲ ਦੇ ਸਾਰੇ ਬੱਚੇ ਭਾਵੇਂ ਆਪਣੇ ਸਕੂਲ 'ਚ ਲੈਵੇ, ਉਹਨੂੰ ਕਿਸੇ ਉੱਥੋਂ ਦੇ ਪ੍ਰਾਈਵੇਟ ਸਕੂਲ ਨੂੰ ਪੁੱਛਣ ਦੀ ਲੋੜ ਨਹੀਂ, ਉੱਥੋਂ ਦੇ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ। ਛੋਟੇ ਸਕੂਲਾਂ ਨੂੰ ਜਿਹੜੇ ਰਿਕੋਗਨਾਈਜ਼ ਨੇ, ਛੋਟੇ ਸਕੂਲ ਜਿਹੜੇ ਅਫੀਲੀਏਟਡ ਨੇ, ਉਹਨਾਂ ਦਾ ਤੇ ਵਿਨਾਸ਼ ਕਰਨ ਵਾਸਤੇ ਸਰਕਾਰ ਨੇ ਉਪਰਾਲਾ ਕੀਤਾ। ਲੇਕਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ, ਉਹ ਇਹਨਾਂ ਸ਼ਹਿਰੀਆਂ ਦੀ, ਇਹਨਾਂ ਵਪਾਰੀਆਂ ਦੀ ਔਰ ਇਹਨਾਂ ਛੋਟੇ ਕਾਰੋਬਾਰੀਆਂ ਦੀ, ਹੋਟਲਾਂ ਦੀ, ਹਸਪੀਟਲਾਂ ਦੀ, ਇਹਨਾਂ ਸਭ ਦੀ ਵੀ ਗੱਲ ਕਰੇਗੀ। ਔਰ ਇਹ ਬੱਤੀ ਔਰ ਪਾਣੀ ਔਰ ਕਾਰਪੋਰੇਸ਼ਨਾਂ ਜਿਹੜੀਆਂ ਵਾ ਔਰ ਟਰਸਟ ਜਿਹੜੇ ਨੇ, ਉਹਨਾਂ ਦੀ ਗੱਲ ਵੀ ਕਰੇਗੀ। ਔਰ ਮੈਨੂੰ ਲੱਗਦਾ ਇਸ ਵਾਰ ਜਿਹੜੀ ਆ, ਉਹ ਭਾਰਤੀ ਜਨਤਾ ਪਾਰਟੀ ਨੂੰ ਜੋ ਲੋਕ ਦੇਖ ਰਹੇ ਨੇ ਆਸ਼ਾ ਦੇ ਨਾਲ, ਉਹਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਪਰਸੋਂ ਹੀ ਕਿੰਨਾ ਵਧੀਆ ਇਜ਼ਾਫਾ ਹੋਇਆ ਕਿ 7 ਬੁੱਧੀਜੀਵੀ ਔਰ ਉਹ ਵੀ ਸਿੱਖ ਚਿਹਰੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਨੇ। ਆਖਰ ਉਹਨਾਂ ਦੇ ਜੁੜਨ ਦਾ ਐਡਾ ਵੱਡਾ ਮੈਸੇਜ ਆ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਇੰਟੈਲੈਕਚੁਅਲ ਲੋਕ, ਛੋਟੇ ਵਪਾਰੀ, ਉਹ ਵੀ ਦੇਖ ਰਹੇ ਆ ਕਿ ਯਾਰ ਭਾਰਤੀ ਜਨਤਾ ਪਾਰਟੀ ਵੀ ਸਟੈਂਡ ਕਰਨੀ ਚਾਹੀਦੀ ਆ। ਔਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿਆਂ, ਭਾਰਤੀ ਜਨਤਾ ਪਾਰਟੀ ਦਾ ਤਾਕਤਵਰ ਹੋਣਾ ਹਿੰਦੂ ਸਿੱਖ ਏਕਤਾ ਦਾ ਤਾਕਤਵਰ ਹੋਣਾ ਹੈ। ਭਾਰਤੀ ਜਨਤਾ ਪਾਰਟੀ ਦਾ ਤਾਕਤਵਰ ਹੋਣਾ ਵਪਾਰੀਆਂ ਦਾ, ਸ਼ਹਿਰੀਆਂ ਦਾ ਵੀ ਤਾਕਤਵਰ ਹੋਣਾ ਹੈ। ਭਾਰਤੀ ਜਨਤਾ ਪਾਰਟੀ ਦਾ ਤਾਕਤਵਰ ਹੋਣਾ ਅੱਤਵਾਦ ਔਰ ਜਿਹੜੇ ਦੇਸ਼ ਨੂੰ ਤੋੜਨ ਵਾਲੇ ਲੋਕ ਆ, ਉਹਨਾਂ ਦਾ ਕਮਜ਼ੋਰ ਹੋਣਾ। ਔਰ ਸਾਡੀ ਜਿਹੜੀ ਆ, ਉਹ ਦੇਸ਼ ਦੀ ਤਰੱਕੀ ਦਾ ਵੀ ਪ੍ਰਤੀਕ ਹੈ। ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਤਾਕਤਵਰ ਹੋਣਾ ਪਏਗਾ। ਦੇਸ਼ ਦੇ, ਪੰਜਾਬ ਦੇ ਲੋਕ ਵੀ ਭਾਰਤੀ ਜਨਤਾ ਪਾਰਟੀ ਨੂੰ ਤਾਕਤਵਰ ਕਰਨਗੇ। ਕਿਤੇ ਮੈਂ ਜਾਂਦੇ ਲਾਸਟ ਸਵਾਲ, ਕਿਉਂਕਿ ਜਿਸ ਇਸ਼ੂ ਨੂੰ ਤੁਸੀਂ ਛੇੜਤਾ ਉਹ ਇਸ਼ੂ ਪੂਰੇ ਹਿੰਦੁਸਤਾਨ 'ਚ ਚੱਲ ਰਿਹਾ। ਕਿਆ ਯੂਪੀ ਦੀ ਤਰਜ਼ ਦੇ ਉੱਤੇ ਜਾਂ ਗੁਜਰਾਤ ਦੀ ਤਰਜ਼ ਦੇ ਉੱਤੇ ਇੱਥੇ ਹਿੰਦੂ ਜਾਂ ਸਿੱਖ ਦਾ ਕੋਈ ਇਹੋ ਜਿਹਾ ਰਗੜਾ ਤਾਂ ਨਹੀਂ ਭਾਰਤੀ ਜਨਤਾ ਪਾਰਟੀ ਵੱਲੋਂ ਪਾਇਆ ਜਾਏਗਾ, ਜਿਸ ਤਰ੍ਹਾਂ ਬਾਕੀ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਇੱਕ ਦੂਜੇ ਨਾਲ ਲੜਾਈ ਕਰਾ ਕੇ ਜਿਹੜਾ ਵੋਟ ਦੀ ਰਾਜਨੀਤੀ ਹੋ ਰਹੀ ਹੈ? ਤੁਹਾਡੇ ਤੇ ਇਲਜ਼ਾਮ ਵੀ ਲੱਗਦੇ ਨੇ ਤੁਸੀਂ ਦੰਗੇ ਦੀ ਰਾਜਨੀਤੀ ਕਰਦੇ ਹੋ। ਮੈਨੂੰ ਲੱਗਦਾ ਕਿ ਜਿਹੜੇ ਲੋਕ ਇਹ ਰਾਜਨੀਤੀ ਕਰਕੇ ਇੰਨੇ ਸਾਲਾਂ ਤੋਂ ਸੱਤਾ ਦਾ ਸੁੱਖ ਭੋਗ ਰਹੇ ਸੀ, ਉਹਨਾਂ ਕੋਲੋਂ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਅੱਜ ਵਿਕਾਸ ਦੀ ਗੱਲ ਹੁੰਦੀ ਆ, ਅੱਜ ਸਾਰਿਆਂ ਦਾ ਸਬਕਾ ਵਿਕਾਸ ਸਬਕਾ ਸਾਥ ਦੀ ਗੱਲ ਹੁੰਦੀ ਆ। ਔਰ ਇਸੇ ਨਾਅਰੇ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਅੱਗੇ ਵਧੀ ਜਾ ਰਹੀ ਆ। ਪੰਜਾਬ ਦੇ ਵਿੱਚ ਵੀ ਹਿੰਦੂ ਸਿੱਖ ਏਕਤਾ, ਭਾਰਤੀ ਜਨਤਾ ਪਾਰਟੀ ਦਾ ਜਿਹੜਾ ਅਸੀਂ ਅਲਾਇੰਸ ਅਕਾਲੀ ਦਲ ਨਾਲ ਕਹਿੰਦੇ ਸੀ, ਉਹ ਇਹੋ ਹੀ 9 ਮਾਸ ਦਾ ਰਿਸ਼ਤਾ ਸੀ, ਉਸੇ ਦੇ ਨਾਲ ਹੀ ਸ਼ਾਂਤੀ ਆਈ ਸੀ। ਔਰ ਇਹ ਅਸੀਂ ਨਹੀਂ ਤੋੜਿਆ, ਔਰ ਸਾਡਾ ਕੋਈ ਮਨ ਨਹੀਂ ਸੀ ਅਸੀਂ ਇਹ ਰਿਸ਼ਤਾ ਤੋੜੀਏ। ਕੁਛ ਪੋਲੀਟੀਕਲ ਲੋਕਾਂ ਨੂੰ ਆਪਣੇ ਸਵਾਰਥ ਦੀ ਰਾਜਨੀਤੀ ਦੇ ਵਿੱਚ ਇਹ ਲੱਗਾ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਇਹ ਰਿਸ਼ਤਾ ਤੋੜਨਾ ਚਾਹੀਦਾ, ਇਸ ਕਰਕੇ ਉਹਨਾਂ ਤੋੜਿਆ। ਲੇਕਿਨ ਭਾਰਤੀ ਜਨਤਾ ਪਾਰਟੀ ਜਦੋਂ ਤਾਕਤਵਰ ਹੋਏਗੀ ਤੇ ਇੱਥੇ ਹਿੰਦੂ ਸਿੱਖ ਏਕਤਾ ਮਜ਼ਬੂਤ ਹੋਏਗੀ। ਔਰ ਅਸੀਂ ਇਹ ਪੰਜਾਬ ਜਿਹੜਾ ਵਾ, ਮੈਨੂੰ ਰਵੀ ਜੀ ਇੱਕ ਗੱਲ ਦੱਸੋ, ਸਭ ਤੋਂ ਵੱਡਾ ਮੁੱਦਾ ਇਸ ਵੇਲੇ ਪੰਜਾਬ 'ਚ ਇਹ ਹੋਣਾ ਚਾਹੀਦਾ ਕਿ ਜਿਹੜਾ ਇੰਨਾ ਕਰਜ਼ਾ ਪੰਜਾਬ ਦੇ ਸਿਰ ਦੇ ਉੱਤੇ ਚੜ੍ਹ ਗਿਆ ਹੈ, ਉਹਨੂੰ ਕੌਣ ਮਾफ़ ਕਰਾ ਸਕਦਾ ਹੈ? ਉਹਨੂੰ ਮਾफ़ ਕਰਾ ਸਕਦਾ ਹੈ ਨਰਿੰਦਰ ਮੋਦੀ, ਉਹਨੂੰ ਮਾफ़ ਕਰਾ ਸਕਦੀ ਆ ਭਾਰਤੀ ਜਨਤਾ ਪਾਰਟੀ। ਆਪਾਂ ਹਰ ਵਾਰੀ ਨਾ ਕਰੀ ਜਾਈਏ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੰਨੀਆਂ ਵੱਡੀਆਂ ਗਲਤੀਆਂ ਹੋਈਆਂ, ਮੈਂ ਸਮਝਦਾ ਕਿ ਉਹਦੇ 'ਚ ਵੀ ਜਿਹੜੀ ਤੁਸੀਂ ਗੱਲ ਕਹਿੰਦੇ ਪਏ ਨਾ, ਅੱਜ ਜਿਹੜੇ ਲੋਕ ਕਹਿੰਦੇ ਪਏ ਉਹਨੇ ਹਰਾਤਾ, ਬਲੇਮ ਦੀ ਰਾਜਨੀਤੀ ਕਰਦੇ ਪਏ ਆ। ਅਰੁਣ ਜੇਤਲੀ ਜੀ ਜਿਸ ਦਿਨ ਇਲੈਕਸ਼ਨ ਲੜਨ ਆਏ ਸੀ, ਉਹ ਸਾਡੇ ਲੋਕਲ ਮੁੱਦਿਆਂ ਕਰਕੇ ਹਾਰ ਗਏ। ਜੇ ਅਰੁਣ ਜੇਤਲੀ ਜੀ ਪੰਜਾਬ ਤੋਂ ਇਲੈਕਸ਼ਨ ਜਿੱਤ ਗਏ ਹੁੰਦੇ, ਅੰਮ੍ਰਿਤਸਰ ਸ਼ਹਿਰ ਤੋਂ ਇਲੈਕਸ਼ਨ ਜਿੱਤ ਗਏ ਹੁੰਦੇ, ਤੇ ਅੱਜ ਪੰਜਾਬ 'ਚ ਇਹੋ ਜਿਹੇ ਮੁੱਦੇ ਖੜੇ ਨਹੀਂ ਹੋਣੇ ਸੀ। ਸੈਂਟਰ ਦੇ ਵਿੱਚ ਅਸੀਂ ਆਪ ਲੋਕਾਂ ਨੇ ਸਭ ਨੇ ਬੈਠੇ ਹੋਣਾ ਸੀ, ਸਾਡੀ ਗੱਲ ਕਰਨ ਵਾਲੇ ਲੋਕ ਬੈਠੇ ਹੋਣੇ। ਲਾਸਟ
ਪਹਿਲਾਂ ਵੀ ਲਾਸਟ ਸੀ, ਪਰ ਤੁਸੀਂ ਗੱਲ ਅਰੁਣ ਜੇਤਲੀ ਦੀ ਕਰਤੀ। ਅਰੁਣ ਜੇਤਲੀ ਦੀ ਇਲੈਕਸ਼ਨ ਤੇ ਸਾਰਿਆਂ ਨਾਲੋਂ ਵੱਡੀ ਕਮਾਨ ਤੇ ਤੁਹਾਡੇ ਆਪਣੇ ਭਰਾਤਾ ਸ਼੍ਰੀ ਸੁਭਾਸ਼ ਸ਼ਰਮਾ ਜੀ ਨੇ ਫੜੀ। ਕਿਆ ਉਹ ਵੀ ਸਮਝਾਉਣ 'ਚ ਨਾਕਾਮ ਰਹੇ ਲੋਕਲ ਮੁੱਦੇ? ਨਹੀਂ, ਉਹ ਮੈਂ ਸਮਝਦਾ ਕਿ ਸੁਭਾਸ਼ ਜੀ ਨੂੰ ਤੇ ਸਿਰਫ ਇਲੈਕਸ਼ਨ ਲੜਨ ਵਾਸਤੇ ਬੁਲਾਇਆ ਗਿਆ ਸੀ ਕਿ ਉਹ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨਹੀਂ ਪਏ, ਉਹ ਚੰਡੀਗੜ੍ਹ ਸੀ। ਫੇਲੀਅਰ ਸੀ, ਟੋਟਲ ਫੇਲੀਅਰ ਸੀ। ਔਰ ਜਿਹੜੀ ਮੈਂ ਅਨਿਲ ਜੋਸ਼ੀ ਜੀ ਸਾਡੇ ਮੰਤਰੀ ਸਾਹਿਬ ਕਹਿੰਦੇ ਪਏ ਨਾ, ਮੈਂ ਜ਼ਮੀਨੀ ਹਕੀਕਤ ਵੇਖਦਾ ਪਿਆ ਏ, ਮੈਂ ਜ਼ਮੀਨੀ ਲੋਕਾਂ ਨਾਲ ਜੁੜਿਆ ਹੋਇਆ ਏ, ਮੈਂ ਸਮਝਦਾ ਕਿ ਉਸ ਦਿਨ ਅਨਿਲ ਜੋਸ਼ੀ ਜੀ ਦਾ ਔਰ ਅਕਾਲੀ ਲੀਡਰਸ਼ਿਪ ਦਾ ਅੰਮ੍ਰਿਤਸਰ ਦੀ ਦਾ ਟੋਟਲ ਫੇਲੀਅਰ ਸੀ। ਇਹਨਾਂ ਨੂੰ ਜ਼ਮੀਨ ਦੀ ਹਕੀਕਤ ਹੀ ਨਹੀਂ ਪਤਾ ਲੱਗ ਸਕੀ ਕਿ ਲੋਕ ਸਾਡੇ ਨਾਲ ਇੰਨੇ ਨਾਰਾਜ਼ ਆ ਕਿ ਅਰੁਣ ਜੇਤਲੀ ਵਰਗਾ ਨੇਤਾ ਵੀ ਆਊਗਾ ਤਾਂ ਉਹਨੂੰ 1.25 ਲੱਖ ਵੋਟ ਨਾਲ ਹਰਾ ਦੇਵਾਂਗੇ। ਇਹ ਟੋਟਲ ਫੇਲੀਅਰ ਉਸੇ ਦਿਨ ਤੋਂ ਸਾਡੀ ਉਲਟੀ ਗਿਣਤੀ ਸਰਕਾਰ ਦੀ ਔਰ ਭਾਰਤੀ ਜਨਤਾ ਪਾਰਟੀ ਦੀ ਟੀਮ ਦੀ ਜਿਹੜੀ ਆ ਸ਼ੁਰੂ ਹੋ ਗਈ ਸੀ। ਔਰ ਉਹਦੇ ਵਿੱਚ ਮੈਂ ਇੱਕ ਹੋਰ ਗੱਲ ਕਹਾਂਗਾ ਕਿ ਸਾਡੇ ਮੰਤਰੀ ਸਾਹਿਬ ਬਹੁਤ ਗੱਲਾਂ ਕਰਦੇ ਪਏ ਆ ਵੀ ਕਿਸਾਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਹਿੰਦੂ ਸਿੱਖ ਏਕਤਾ ਦੀ ਗੱਲ ਕਰਨੀ ਚਾਹੀਦੀ ਆ। ਪਹਿਲਾਂ ਆਪਾਂ ਤੇ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਚੱਲਣਾ ਸ਼ੁਰੂ ਕਰੀਏ। ਅਸੀਂ ਮੰਤਰੀ ਸੀ, ਸਾਡੇ ਸ਼ਹਿਰ ਦਾ ਮੇਅਰ ਸੀ, ਸਾਡੀ ਉਹਦੇ ਨਾਲ ਨਹੀਂ ਬਣਦੀ ਸੀ। ਅਸੀਂ ਮੰਤਰੀ ਸੀ, ਸਾਡੇ ਸ਼ਹਿਰ ਦਾ ਟਰਸਟ ਦਾ ਚੇਅਰਮੈਨ, ਸਾਡੀ ਉਹਦੇ ਨਾਲ ਨਹੀਂ ਬਣਦੀ ਸੀ। ਅਸੀਂ ਲੋਕ ਕਾਉਂਸਲਰ ਸੀ, ਤੁਸੀਂ ਕਹੀ ਜਾਂਦੇ ਕਾਉਂਸਲਰਾਂ ਨੇ ਹਰਾਤਾ। ਤੁਹਾਨੂੰ ਪਤਾ ਨਹੀਂ ਲੱਗਾ ਤੁਹਾਡੇ ਸਾਰੇ ਕਾਉਂਸਲਰ ਤੁਹਾਡੇ ਤੋਂ ਨਾਰਾਜ਼ ਹੋ ਗਏ ਨੇ? ਤੁਹਾਨੂੰ ਸਾਰੇ ਪੰਜਾਬ ਦੀ ਜ਼ਮੀਨੀ ਹਕੀਕਤ ਪਤਾ ਵਾ। ਅੱਜ ਤੁਸੀਂ ਸਾਰੇ ਪੰਜਾਬ 'ਚ ਨਿਕਲਣ ਲੱਗੇ ਜੇ ਕਿ ਅਸੀਂ ਸਾਰੇ ਪੰਜਾਬ 'ਚ ਨਿਕਲ ਕੇ ਕਾਰਜਕਰਤਾਵਾਂ ਨੂੰ ਜੋੜਾਂਗੇ। ਕਾਰਜਕਰਤਾਵਾਂ ਨੂੰ ਪਹਿਲਾਂ ਨਾਰਥ ਹਲਕੇ 'ਤੇ ਜੋੜ ਲਓ, ਅੰਮ੍ਰਿਤਸਰ ਸ਼ਹਿਰ 'ਚ ਤੇ ਜੋੜ ਲਓ, ਬਾਕੀ ਤਾਂ ਆਪਾਂ ਬੜੀ ਦੂਰ ਨਿਕਲਾਂਗੇ ਔਰ ਬਾਕੀ ਲੋਕਾਂ ਨੂੰ ਤਾਂ ਅਸੀਂ ਬੜੀ ਦੇਰ ਬਾਅਦ ਸਮਝਾਵਾਂਗੇ। ਮੈਂ ਇਹ ਬੇਨਤੀ ਕਰਾਂਗਾ, ਅਨਿਲ ਜੋਸ਼ੀ ਸਾਡੇ ਬੜੇ ਸਨਮਾਨਨੀय ਮੇਰੇ ਵੱਡੇ ਭਰਾ ਵੀ ਨੇ, ਲੀਡਰ ਵੀ ਨੇ, ਥੋੜ੍ਹਾ ਜਿਹਾ ਮਨ 'ਚੋਂ ਆਪਣੀ ਮੈਂ ਕੱਢ ਕੇ ਤੇ ਸਭ ਨੂੰ ਗਲੇ ਲਾਓ। ਤੁਸੀਂ ਦੇਖਿਓ ਤੁਹਾਨੂੰ ਇੰਨਾ ਪਿਆਰ ਮਿਲਿਆ। ਅਸੀਂ ਐਵੇਂ ਦੂਜਿਆਂ ਦਾ ਪਿਆਰ ਮੰਗੀ ਜਾਂਦੇ, ਲੋਕੀ ਸਾਨੂੰ ਬੜਾ ਪਿਆਰ ਕਰਦੇ, ਜਿਹੜੇ ਘਰ ਦੇ ਬੰਦੇ ਉਹਨਾਂ ਨਾਲ ਆਪਾਂ ਨਾਰਾਜ਼ ਹੋਏ ਬੈਠੇ ਹਾਂ। ਇਹ ਨਾਰਾਜ਼ਗੀਆਂ ਦੂਰ ਕਰਨ ਵਾਸਤੇ ਜਿਹੜਾ ਜਿੱਡੀ ਵੱਡੀ ਪੋਸਟ 'ਤੇ ਬੈਠਾ ਉਹਨੂੰ ਓਨਾ ਹੀ ਵੱਡਾ ਦਿਲ ਕਰਨਾ ਪਏਗਾ ਔਰ ਜਿੰਨੇ ਇਲੈਕਸ਼ਨ ਲੜਨੀ ਉਹਨੂੰ ਤਾਂ ਜ਼ਿਆਦਾ ਕਰਨਾ ਪਏਗਾ। ਮੈਂ ਕਹਿੰਦਾ ਹਰਾਉਣ ਵਾਸਤੇ ਨਹੀਂ ਨਿਕਲੇ, ਬਿਲਕੁਲ ਝੂਠ ਆ। ਲੇਕਿਨ ਬਹੁਤ ਸਾਰੇ ਕਾਰਜਕਰਤਾ ਸੀ ਜਿਹੜੇ ਨਾਰਾਜ਼ ਹੋਏ, ਰੁੱਸੇ ਹੋਏ, ਘਰ ਬੈਠੇ ਰਹੇ, ਜਿਨ੍ਹਾਂ ਨੂੰ ਇਹ ਮਨਾਉਣ ਨਹੀਂ ਗਏ ਕਿ ਮੈਂ ਤਾਂ ਜਿੱਤੀ ਜਾਣਾ, ਮੈਨੂੰ ਲੋੜ ਨਹੀਂ ਆ। ਲੇਕਿਨ ਉਹ ਘਰ ਨਾਰਾਜ਼ ਹੋ ਕੇ ਬੈਠੇ ਰਹੇ ਵੀ ਯਾਰ ਸਾਨੂੰ ਕੋਈ ਬੁਲਾਉਣ ਨਹੀਂ ਆਉਂਦਾ ਪਿਆ, ਸਾਨੂੰ ਕੋਈ ਪੁੱਛਦਾ ਨਹੀਂ ਪਿਆ, ਇਸ ਕਰਕੇ ਅਸੀਂ ਪਾਰਟੀ ਦਾ ਕੀ ਕੰਮ ਕਰਨਾ। ਉਹਨਾਂ ਨਾਰਾਜ਼, ਉਹਨਾਂ ਨਿਰਾਸ਼, ਉਹਨਾਂ ਹਤਾਸ਼ ਕਾਰਜਕਰਤਾਵਾਂ ਨੂੰ ਅੱਜ ਵੀ ਪਿਆਰ ਦੀ ਚੱਪੀ ਦੀ ਲੋੜ ਆ। ਉਹਨਾਂ ਨੂੰ ਬੁਲਾਓ ਆਪਣੇ ਕੋਲ। ਸਾਰਿਆਂ ਨੂੰ ਮੈਂ ਕਹੂੰਗਾ, ਮਤਲਬ ਇਹਦੇ ਵਾਸਤੇ ਨਹੀਂ ਮੈਂ ਸੁਰੇਸ਼ ਮਾਨ ਜੀ ਨੂੰ ਕਹੂੰਗਾ, ਸ਼ਵੇਤ ਮਲਿਕ ਜੀ ਨੂੰ ਕਹੂੰਗਾ, ਪੰਜਾਬ ਦੀ ਲੀਡਰਸ਼ਿਪ ਨੂੰ ਵੀ ਬੇਨਤੀ ਕਰੂੰਗਾ। ਔਰ ਜਿਹੜੇ ਮੇਰੇ ਭਰਾ ਜਿਹੜੇ ਕੁਛ ਇੱਕ ਦੂਜੇ ਨਾਲ ਨਾਰਾਜ਼ਗੀਆਂ ਕੱਢੀ ਜਾਂਦੇ ਪਏ ਆ, ਸਾਡੇ 'ਤੇ ਵੀ ਬਲੇਮ ਲਾਈ ਜਾਂਦੇ ਪਏ ਆ, ਉਹ ਮੈਂ ਹੈਰਾਨ ਆ। ਇੱਕ ਮੇਰਾ ਭਰਾ ਤੇ ਭਾਜੀਆਂ ਤੜੀਆਂ ਲਾਈ ਜਾਂਦਾ ਵੀ ਮਤਲਬ ਭਾਜੀਆਂ ਪਾਉਂਦੇ। ਅਸੀਂ ਗੁੰਡਿਆਂ ਦੀ ਪਾਰਟੀ ਨਹੀਂ ਹੈਗੀ, ਸਾਡੀ ਪਾਰਟੀ ਸ਼ਰੀਫਾਂ ਦੀ ਪਾਰਟੀ ਆ। ਸਾਡੀ ਪਾਰਟੀ ਦਾ ਨਾਂ ਇਮਾਨਦਾਰਾਂ ਦੀ ਪਾਰਟੀ ਦੀ ਗਿਣਤੀ 'ਚ ਆਉਂਦਾ। ਸਾਡੇ ਉਹਦੇ ਲੋਕ ਕਹਿੰਦੇ ਯਾਰ ਇਹ ਲੋਕ ਬਹੁਤ ਬੀਬੇ ਨੇ, ਬਹੁਤ ਇਮਾਨਦਾਰ ਨੇ, ਬਹੁਤ ਚੰਗੇ ਨੇ, ਤੇ ਅਸੀਂ ਜੇ ਇਹੋ ਜਿਹੀ ਭਾਸ਼ਾ ਇੱਕ ਦੂਜੇ ਵਾਸਤੇ ਵਰਤੀ ਜਾਵਾਂਗੇ ਤੇ ਉਹ ਮੈਨੂੰ ਲੱਗਦਾ ਕਿ ਉਹ ਠੀਕ ਨਹੀਂ ਆ। ਬੜੀ ਨਿਰਾਸ਼ਾ ਹੋਈ ਉਹਨਾਂ ਚੀਜ਼ਾਂ ਨੂੰ ਸੁਣ ਕੇ। ਮੈਂ ਸਮਝਦਾ ਕਿ ਇਸ ਤੋਂ ਬਾਅਦ ਇਹ ਵਿਸ਼ਰਾਮ ਲੱਗਣਾ ਚਾਹੀਦਾ। ਪਾਰਟੀ ਦੀ ਗੱਲ, ਲੋਕਾਂ ਦੀ ਗੱਲ ਪਾਰਟੀ ਪਲੇਟਫਾਰਮ 'ਤੇ ਰੱਖਣੀ ਹੈ ਜੇ ਪਾਰਟੀ 'ਚ ਰਹਿਣਾ। ਜੇ ਨਹੀਂ ਰਹਿਣਾ ਤਾਂ ਫਿਰ ਮੈਂ ਬੈਸਟ ਵਿਸ਼ਜ਼ ਕਹਾਂਗਾ, ਬੈਸਟ ਆਫ ਲੱਕ ਕਹਾਂਗਾ। ਤੁਸੀਂ ਮੇਰਾ ਭਰਾ ਜਿਹੜਾ ਵੀ ਜਿੱਥੇ ਜਾਣਾ ਚਾਹੁੰਦਾ ਹੈ ਉਹ ਉੱਥੇ ਤਰੱਕੀ ਕਰੇ, ਉਹ ਪ੍ਰਮਾਤਮਾ ਕਰਕੇ ਚੰਗੀਆਂ ਪੋਸਟਾਂ 'ਤੇ ਜਾਵੇ, ਲੋਕੀ ਉਹਨੂੰ ਜਿਤਾ ਦੇਣ ਅਤੇ ਉਹ ਲੋਕਾਂ ਦੀ ਸਮਾਜ ਦੀ ਸੇਵਾ ਕਰੇ। ਅਤੇ ਇਹਦੇ 'ਚ ਕਿਸੇ ਦੀ ਕੋਈ ਬੰਦਿਸ਼ ਨਹੀਂ ਆ, ਅਸੀਂ ਪਾਰਟੀ ਦੇ ਸਿਪਾਹੀ ਹਾਂ। ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਲਾਸਟ 'ਤੇ, ਰਵੀ ਜੀ ਤੁਸੀਂ ਕਹੀ ਜਾਂਦੇ ਲਾਸਟ 'ਤੇ, मेरा बेटा मेरे कंधे पे बैठा था, मेरे कंधे पे खड़ा हो गया, मुझसे बोला पापा मैं तुमसे बड़ा हो गया। मैंने कहा बेटा इस हसीन ख्वाब में ज़रूर जकड़े रहना, लेकिन मेरा हाथ कस के पकड़े रहना। ये दुनिया उतनी हसीन नहीं है बेटा, देखना तेरे पाँव के नीचे ज़मीन नहीं है, बेटा देखना तेरे पाँव के नीचे ज़मीन नहीं है। पार्टी जड़ी आ वो ज़मीन आ, जड़ा पार्टी तो बाहर गया वो उस तो बाद दोबारा खड़ा नहीं होया। और नवजोत सिंह सिद्धू देख लिए ही और दूर की जाना, वो कांग्रेस ਦੇ ਵਿੱਚ ਜਿੱਦੋਂ ਦਾ ਗਏ ਆ ਅੱਜ ਤੱਕ ਐਡਜਸਟ ਨਹੀਂ ਹੋ ਸਕੇ। ਪਤਾ ਨਹੀਂ ਇਹਨਾਂ 2 ਮਹੀਨੇ ਬਾਅਦ ਰਹਿਣਾ ਜਾਣਾ। ਮੈਂ ਸ਼ੈਲਾ ਜੀ ਸਮੇਂ ਦੀ ਕਮੀ ਹੈ, ਇਸ ਇਸ਼ੂ 'ਤੇ ਵੀ ਦੁਬਾਰਾ ਤੁਹਾਡੇ ਨਾਲ ਫਿਰ ਮਿਲਾਂਗੇ। ਅੰਮ੍ਰਿਤਸਰ ਦੇ ਹੋਰ ਬੜੇ ਇਸ਼ੂ ਨੇ, ਉਹਨਾਂ 'ਤੇ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ। ਪਰ ਅੱਜ ਜਿਹੜਾ ਕਿਸਾਨ ਤੇ ਤੁਹਾਡੀ ਪਾਰਟੀ ਦੀ ਕਲੇ ਸੀ ਉਹਦੇ ਵਾਸਤੇ ਆਏ ਹਾਂ। ਜਾਂਦੇ ਜਾਂਦੇ ਅੰਮ੍ਰਿਤਸਰ ਦੇ ਲੋਕਾਂ ਨਾਲ ਤੁਸੀਂ ਜੁੜੇ ਹੋ ਤੇ ਮੈਂ ਚਾਹਾਂਗਾ ਚੰਦ ਸ਼ਬਦਾਂ ਦੇ ਵਿੱਚ ਇਸ ਜਿਹੜੀ ਗੁੱਟਬੰਦੀ ਨੂੰ ਖਤਮ ਕਰਕੇ ਮੈਂ ਸਭ ਨੂੰ ਬੇਨਤੀ ਕਰਨੀ ਚਾਹਾਂਗਾ। ਇੱਕ ਤੇ ਪਹਿਲਾਂ ਸਾਰੇ ਅੰਮ੍ਰਿਤਸਰ ਨੂੰ ਔਰ ਪੂਰੀ ਮੈਂ ਵਿਸ਼ਵ ਨੂੰ ਕਰਨਾ ਚਾਹਾਂਗਾ ਕਰੋਨਾ ਦੀ ਮਹਾਮਾਰੀ 'ਚੋਂ, ਕਿਉਂਕਿ ਮੇਰਾ ਪਰਿਵਾਰ ਔਰ ਮੈਂ ਤੇ ਖੁਦ ਭੁਗਤ ਭੋਗੀ ਹੋ ਗਿਆ ਇਹਦਾ ਪਿਛਲੇ 6 ਮਹੀਨਿਆਂ ਤੋਂ। ਜਿਹੜੇ ਅਸੀਂ ਇਹਦੇ ਇੱਕ ਤੇ ਡਟ ਕੇ ਅਸੀਂ ਮੁਕਾਬਲਾ ਕਰਨਾ, ਸਰਕਾਰ ਦੀਆਂ ਗਾਈਡਲਾਈਨਸ ਦਾ ਪਾਲਣ ਕਰਨਾ, ਔਰ ਦੂਸਰਾ ਇਹ ਆ ਕਿ ਭਾਰਤੀ ਜਨਤਾ ਪਾਰਟੀ ਵੱਲ ਲੋਕ ਦੇਖ ਰਹੇ ਨੇ, ਖਾਸ ਕਰ ਸ਼ਹਿਰੀ ਵਰਗ, ਵਪਾਰੀ ਵਰਗ ਔਰ ਪੰਜਾਬ ਦੀ ਜਨਤਾ,
ਕਿ ਇਹ ਜਿਹੜੇ ਆ ਜਿੱਦਾਂ ਪੂਰੇ ਦੇਸ਼ ਦੇ ਦੇਖੋ ਗੁਜਰਾਤ ਦਾ ਮਾਡਲ ਅਸੀਂ ਕਹਿੰਦੇ ਆ, ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਸਰਕਾਰ ਆਉਂਦੀ ਆ 3-3 ਟਰਮਾਂ ਤੋਂ 2-2 ਟਰਮਾਂ ਤੋਂ 4-4 ਟਰਮਾਂ ਤੋਂ ਜਾਂਦੀ ਨਹੀਂ ਪਈ। ਤੋ ਐਸੀ ਜਿਹੜੀ ਲੋਕਾਂ 'ਚ ਹੈਗਾ ਮਨ 'ਚ ਕਿ ਯਾਰ ਬੀਜੇਪੀ ਦੀ ਇੱਕ ਇਮਾਨਦਾਰ ਸਰਕਾਰ ਆਉਂਦੀ ਆ ਤੇ ਉਹ ਲੋਕਾਂ ਦਾ ਭਲਾ ਕਰਦੀ ਆ। ਮੈਨੂੰ ਲੱਗਦਾ ਕਿ ਲੋਕਾਂ ਦੇ ਇਸ ਵਿਸ਼ਵਾਸ ਤੇ ਖਰੇ ਉਤਰਨ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਇੱਕ ਇੱਕ ਸਿਪਾਹੀ ਨੂੰ ਇਕੱਠੇ ਹੋਣਾ ਚਾਹੀਦਾ। ਸਰਕਾਰ ਆਏਗੀ, ਸਭ ਨੂੰ ਮੌਕਾ ਮਿਲਦਾ, ਸਭ ਦੀ ਵਾਰੀ ਆਉਂਦੀ ਆ, ਔਰ ਜੇ ਨਹੀਂ ਵੀ ਆਉਂਦੀ ਤੇ ਪਾਰਟੀ ਦੀ ਸੇਵਾ ਅੱਗੇ ਵੀ ਇੰਨੇ ਸਾਲਾਂ ਤੋਂ ਕਰਦੇ ਪਏ, ਅੱਗੇ ਵੀ ਕਰਦੇ ਰਵਾਂਗੇ, ਕੋਈ ਗੱਲ ਨਹੀਂ। ਪਾਰਟੀ ਵਧਣੀ ਚਾਹੀਦੀ ਆ, ਦੇਸ਼ ਵਧਣਾ ਚਾਹੀਦਾ ਵਾ, ਅਸੀਂ ਸਭ ਤੋਂ ਲਾਸਟ ਤੇ ਹਾਂ। ਐਸੀ ਯੁਵਾ ਨੇਤਾ ਅਵਿਨਾਸ਼ ਸ਼ੈਲਾ ਜੀ, ਜਿਨ੍ਹਾਂ ਨੇ ਬਹੁਤ ਗੱਲਾਂ ਰਾਜਨੀਤੀ ਦੀਆਂ ਕੀਤੀਆਂ, ਪਰ ਕਿਸਾਨੀ ਅੰਦੋਲਨ ਦੀ ਹਕੀਕਤ ਤੋਂ ਲੈ ਕੇ ਆਪਣੇ ਸ਼ਹਿਰ ਦੀ ਕਲਾ ਵਾਸਤੇ ਵੀ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਕਿਤੇ ਨਾ ਕਿਤੇ ਕੋੜੇ ਸ਼ਬਦ ਇੱਕ ਦੂਸਰੇ ਦੇ ਕਹੇ ਹੋਏ, ਜਿਹੜੇ ਦੋਨੇ ਧਿਰਾਂ ਨੂੰ ਚੁੱਭਦੇ ਸੀ, ਉਹਦੇ ਉੱਤੇ ਵੀ ਸੰਸ਼ੇ ਦਿੱਤਾ। ਪਰ ਆਉਣ ਵਾਲੇ ਦਿਨਾਂ 'ਚ ਰਾਜਨੀਤੀ ਹੋਰ ਗਰਮ ਆਏਗੀ ਕਿ ਖਤਮ ਹੋਏਗੀ, ਵੇਖਣ ਵਾਲੀ ਗੱਲ ਹੈ। ਤਦ ਤੱਕ ਮੈਂ ਰਵੀ ਖੰਨਾ, ਅੰਮ੍ਰਿਤਸਰ ਪੇਜ ਨਿਊਜ਼।